ਟਿਵਾਣਾ ਰੇਡੀ ਦੇ ਸਤਿਕਾਰਤ ਸਰੋਤਿਓ, ਤੁਹਾਡੀ ਪੇਸ਼ੀ ਨਜ਼ਰ ਹੈ ਪ੍ਰਵਾਸੀ ਪੰਜਾਬੀਆਂ ਦੀ ਪੀੜ ਦੀ ਇੱਕ ਕਹਾਣੀ ਜਿਸ ਦਾ ਨਾਂ ਹੈ ਕੰਧਾਂ। ਇਸ ਨੂੰ ਲਿਖਣ ਵਾਲੀ ਵੀ ਇੱਕ ਪੰਜਾਬਣ ਹੈ, ਬਲਵੀਰ ਕੌਰ ਸੰਘੇੜਾ। ਮੀਤੀ ਦੇ ਫੋਨ ਤੋਂ ਹਰ ਕੋਈ ਡਰਦਾ ਸੀ। ਜਦੋਂ ਉਹ ਫੋਨ ਕਰਦੀ ਪਹਿਲਾਂ ਤਾਂ ਆਪਣੇ ਦੁੱਖਾਂ ਦੀ ਪਟਾਰੀ ਖੋਲ੍ਹ ਬੈਠਦੀ। ਉਸ ਪਟਾਰੀ ਦੇ ਵਿੱਚ ਉਸ ਦੀ ਜ਼ਿੰਦਗੀ ਦੇ ਗਲੋਟੇ ਉਧੜਨ ਲੱਗਦੇ। ਮੀਤੀ ਆਪਣੇ ਹੰਝੂਆਂ ਦੇ ਵਿੱਚ ਉਹਨਾਂ ਨੂੰ ਭਿਉਂ ਕੇ ਸੁਣਨ ਵਾਲੇ ਦੇ ਮਨ ਨੂੰ ਇਸ ਕਦਰ ਡੋਬ ਦਿੰਦੀ ਕਿ ਸੁਣਨ ਵਾਲਾ ਸੁਣਦਾ ਸੁਣਦਾ ਅੱਕ ਥੱਕ ਜਾਂਦਾ। ਇਹ ਮੀਤੀ ਦੀ ਜ਼ਿੰਦਗੀ ਦਾ 30 ਵਰਿਆਂ ਦਾ ਲੇਖਾ ਜੋਖਾ ਸੀ, ਜੋ ਸ਼ਾਇਦ ਉਹ ਸਮੇਟਣ ਲੱਗਦੀ ਤਾਂ ਸ਼ਾਇਦ 300 ਸਾਲ 'ਚ ਵੀ ਨਾ ਸਮੇਟਿਆ ਜਾਂਦਾ। ਇਹੋ ਜਿਹਾ ਦਰਦ ਸੀ, ਇਹੋ ਜਿਹੀਆਂ ਕਹਾਣੀਆਂ ਸੀ ਮੀਤੀ ਦੀਆਂ। ਇਸੇ ਕਰਕੇ ਕਈ ਵਾਰੀ ਸੁਣਨ ਵਾਲੇ ਉਸ ਦੀ ਫੋਨ ਕਾਲ ਤੋਂ ਅੱਕ ਜਾਂਦੇ, ਪਰ ਮੀਤੀ ਨੂੰ ਆਪਣੀ ਗੱਲ ਸੁਣਾ ਕੇ ਥੋੜ੍ਹਾ ਸਕੂਨ ਜ਼ਰੂਰ ਮਿਲਦਾ ਸੀ। ਸ਼ਾਇਦ ਇਹਨਾਂ ਕਾਰਨਾਂ ਕਰਕੇ ਮੀਤੀ ਦੀ ਕਿਸੇ ਭੈਣ ਭਾਈ ਨਾਲ ਨਹੀਂ ਸੀ ਬਣਦੀ। ਉਹਦੇ ਆਪਣੇ ਬੱਚੇ ਵੀ ਮੀਤੀ ਦਾ ਹਾਲ ਚਾਲ ਪੁੱਛਦੇ ਤੇ ਫੋਨ ਦੀ ਫਟਾਫਟ ਸੰਘੀ ਨੱਪ ਦਿੰਦੇ, ਤੇ ਉਹ ਕਦੀ ਮੀਤੀ ਨੂੰ ਮੌਕਾ ਹੀ ਨਾ ਦਿੰਦੇ ਕਿ ਉਹ ਮੀਤੀ ਆਪਣੀ ਦਰਦ ਕਹਾਣੀ ਛੋ ਸਕੇ। ਜੇ ਉਹ ਕਦੇ ਕਦਾਈ ਆਪਣੇ ਬੱਚਿਆਂ ਨਾਲ ਗੱਲ ਕਰਦੀ ਤਾਂ ਬੱਚੇ ਕਹਿੰਦੇ, ਓ ਮਾਮ, ਨੋਟ ਨਾਓ, ਆਈ ਐਮ ਸੋ ਬਿਜੀ। ਆ ਕੇ ਬੱਚੇ ਮੀਤੀ ਦਾ ਫੋਨ ਬੰਦ ਕਰ ਦਿੰਦੇ। ਮੀਤੀ ਹੱਥ ਮਲਦੀ ਜੇ ਫੋਨ ਰੱਖ ਦਿੰਦੀ। ਜਸਦੇਵ ਉਸ ਨਾਲ ਨਜ਼ਰ ਨਾ ਮਿਲਾਉਂਦਾ ਹੋਇਆ ਕਿਚਨ ਵੱਲ ਨੂੰ ਤੁਰ ਪੈਂਦਾ। ਰੀਤੂ ਤੇ ਰਾਜਨ ਵੀ ਪੜ੍ਹ ਲਿਖ ਕੇ ਆਪਣੇ ਜੀਵਨ ਦੇ ਕੰਮ ਕਾਜ ਦੇ ਵਿੱਚ ਮਸ਼ਰੂਫ ਹੋ ਗਏ। ਉਹ ਜ਼ਿੰਦਗੀ ਦੀਆਂ ਪਲਾਂਘਾਂ ਪੱਟਦੇ ਅਗਾਂਹ ਨਿਕਲ ਗਏ ਤੇ ਰਾਬਤਾ ਉਹਨਾਂ ਦਾ ਮੀਤੀ ਨਾਲ ਹੋਰ ਘਟ ਗਿਆ। ਮੀਤੀ ਦੇ ਅੰਦਰ ਕੁਝ ਇਕੱਠਾ ਹੋਇਆ ਰਿੱਝਦਾ ਰਹਿੰਦਾ, ਉਬਲਦਾ ਰਹਿੰਦਾ। ਪਤਾ ਨਹੀਂ ਕਿਹਨਾਂ ਸੋਚਾਂ ਦੀਆਂ ਗੰਢਾਂ ਦੇ ਵਿੱਚ ਉਹ ਬੱਝੀ ਰਹਿੰਦੀ ਤੇ ਉਹਨਾਂ ਗੰਢਾਂ ਨੂੰ ਉਹ ਕਿਤੇ ਖੋਲ੍ਹਣਾ ਚਾਹੁੰਦੀ ਸੀ। ਜ਼ਿੰਦਗੀ ਦੇ ਵਰਕਿਆਂ ਦੇ ਵਿੱਚੋਂ ਕੁਝ ਹੱਲ ਲੱਭਣਾ ਚਾਹੁੰਦੀ, ਪਰ ਕਿੱਥੇ? ਕੋਈ ਉਸ ਦੀ ਗੱਲ ਨਾ ਸੁਣਦਾ, ਕੋਈ ਹੁੰਗਾਰਾ ਨਾ ਭਰਦਾ। ਸਭ ਉਸ ਤੋਂ ਅੱਕੇ ਥੱਕੇ ਸਨ। ਕਿਸੇ ਦੇ ਵੀ ਕੁਝ ਪਿੜ ਪੱਲੇ ਨਾ ਪੈਂਦਾ ਕਿ ਮੀਤੀ ਕਹਿਣਾ ਕੀ ਚਾਹੁੰਦੀ ਹੈ। ਹਰ ਵਾਰ ਉਹ ਗੱਲ, ਹਰ ਵਾਰੀ ਉਹੀ ਉਸ ਦਾ ਰੋਣਾ ਧੋਣਾ। ਹਰੇਕ ਵਾਰੀ ਉਹ ਨਹੋਰੇ ਦਿੰਦੀ ਹੋਈ ਆਖਦੀ, ਮੇਰੀ ਪੀੜ ਨੂੰ ਕੋਈ ਸਮਝਦਾ ਕਿਉਂ ਨਹੀਂ? ਇਹ ਸ਼ਾਇਦ ਸਾਡੇ 'ਚੋਂ ਬਹੁਤਿਆਂ ਦੀ ਕਹਾਣੀ ਆ। ਤੇ ਆਪਣੇ ਆਦਮੀ ਨਾਲ ਜਾਣੀ ਕਿ ਉਸ ਦਾ ਨਿੱਤ ਦਾ ਲੜਾਈ ਝਗੜਾ ਸੀ। ਆਪਣੀ ਬਿਮਾਰੀ ਦੀ ਕਹਾਣੀ ਉਹ ਵਾਰ-ਵਾਰ ਦੁਹਰਾਉਂਦੀ, ਅੰਦਰਲੀਆਂ ਪਰਤਾਂ ਨੂੰ ਫਰੋਲ ਆਪਣੇ ਪਤੀ ਨੂੰ ਵਿਖਾਉਂਦੀ। ਉਹ ਵੀ ਸੁਣ ਥੱਕ ਜਾਂਦਾ। 2-4 ਤੱਤੀਆਂ ਠੰਡੀਆਂ ਸੁਣਾਉਂਦਾ ਉਸ ਦਾ ਸ਼ਰੀਕੇ ਹੱਥ ਕਿਚਨ ਵੱਲ ਤੁਰ ਪੈਂਦਾ। ਵਰ੍ਹਿਆਂ ਤੋਂ ਕਿਚਨ ਦਾ ਕੰਮ, ਲਾਂਡਰੀ ਦਾ ਕੰਮ ਉਸੇ ਦੇ ਹਿੱਸੇ ਆ ਗਿਆ ਸੀ। ਮੀਤੀ ਨੇ ਬਿਮਾਰੀ ਦੇ ਕਾਰਨ ਰਸੋਈ ਦਾ ਕੰਮ ਜਾਂ ਲਾਂਡਰੀ ਜਾਂ ਸਾਫ਼ ਸਫਾਈ ਕਦੇ ਨਹੀਂ ਸੀ ਕੀਤੀ। ਕੰਮ ਕਰਨ ਵੇਲੇ ਉਹ ਆਪਣੀ ਪੀੜ ਨੂੰ ਲੈ ਕੇ ਬੈਠ ਜਾਂਦੀ। ਵੈਸੇ ਉਸ ਨੂੰ ਹਰ ਇੱਕ ਚੀਜ਼ ਥਾਂ ਸਿਰ ਪਈ ਦਿਸਦੀ ਚਾਹੀਦੀ ਸੀ। ਫਰਨੀਚਰ, ਕ੍ਰਿਸਟਲ ਸਭ ਪਾਲਿਸ਼ ਕੀਤੇ ਚਾਹੀਦੇ ਸੀ। ਘਰ ਵਿੱਚ ਟਿਪ ਟੌਪ ਤਾਰੇ ਵਾਂਗ ਚਮਕਦਾ ਹਰ ਕੋਨਾ ਉਸ ਨੂੰ ਚਾਹੀਦਾ ਸੀ। ਇਹਨਾਂ ਚੀਜ਼ਾਂ ਵਸਤਾਂ ਦੀ ਨੁਮਾਇਸ਼ ਦਾ ਵੀ ਮੀਤੀ ਨੂੰ ਬਹੁਤ ਸ਼ੌਕ ਸੀ। ਇਸੇ ਕਰਕੇ ਜਸਦੇਵ ਘਰ ਦੇ ਸਾਰੇ ਕੰਮ ਕਰਦਾ। ਜਸਦੇਵ ਮੀਤੀ ਦਾ ਪਿਆਰਾ ਪਤੀ ਸੀ, ਫਿਰ ਵੀ ਉਹ ਕੰਮ ਕਰਦਾ, ਵੈਕਿਊਮ ਫੇਰਦਾ, ਲਾਂਡਰੀ ਕਰ ਦਿੰਦਾ। ਰਸੋਈ ਦਾ ਕੰਮ ਤਾਂ ਉਸਨੇ ਬਖੂਬੀ ਸਿੱਖ ਲਿਆ ਸੀ। ਘਰ ਨੂੰ ਸਜਾਉਣਾ ਸ਼ਿੰਗਾਰਨਾ ਵੀ ਜਸਦੇਵ ਖੂਬ ਜਾਣਦਾ ਸੀ। ਇੱਥੋਂ ਤੱਕ ਕਿ ਮੀਤੀ ਦੇ ਪਸੰਦ ਦੇ ਮੈਗਜ਼ੀਨ ਵੀ ਉਹ ਲਿਆ ਕੇ ਦੇਖਦਾ। ਉਸ ਅਨੁਸਾਰ ਘਰ ਦੀ ਸਜਾਵਟ ਕਰਦਾ। ਮੈਗਜ਼ੀਨ ਵਿੱਚ ਤਸਵੀਰਾਂ ਦੇ ਵਿੱਚ ਜੋ ਕੁਛ ਮੀਤੀ ਨੂੰ ਚੰਗਾ ਲੱਗਦਾ ਉਹ ਹਮੇਸ਼ਾ ਖੋਲ੍ਹ ਕੇ ਰੱਖ ਦਿੰਦਾ। ਉਹ ਪੰਨਾ ਉਸ ਨੂੰ ਮੀਤੀ ਦੀ ਚਾਹਤ ਦੇ ਰੰਗਾਂ ਦੀ ਵੀ ਚੋਣ ਕਰਨੀ ਆ ਗਈ ਸੀ ਜਸਦੇਵ ਨੂੰ। ਪਰ ਸ਼ਾਇਦ ਮੀਤੀ ਫਿਰ ਵੀ ਜਸਦੇਵ ਦਾ ਜਸ ਨਾ ਗਾਉਂਦੀ। ਪਲ ਪਲ ਜਸਦੇਵ ਨੂੰ ਨੀਵਾਂ ਦਿਖਾਉਂਦੀ। ਉਸ ਨੂੰ ਪੜ੍ਹਾਉਣ ਦੇ ਤਾਨੇ ਦਿੰਦੀ। ਉਸ ਦੀ ਜ਼ਿੰਦਗੀ ਸਵਾਰਨ ਦੇ ਮਿਹਣੇ ਮਾਰਦੀ ਕਿ ਤੈਨੂੰ ਮੈਂ ਹੀ ਕੈਨੇਡਾ ਮੰਗਵਾਇਆ। ਇਹ ਮਿਹਣਾ ਉਸ ਦੇ ਪਤੀ ਜਸਦੇਵ ਨੂੰ ਬਹੁਤ ਚੁਭਦਾ ਕਿ ਇਹ ਆਖਦੀ ਹੈ ਕਿ ਤੈਨੂੰ ਮੈਂ ਹੀ ਕੈਨੇਡਾ ਲੈ, ਨਹੀਂ ਤੇਰੀ ਔਕਾਤ ਕਿੱਥੇ ਸੀ ਇੱਥੇ ਆਉਣ ਦੀ। ਤੇ ਮੀਤੀ ਨੂੰ ਕਿਹੋ ਜਿਹੀ ਬਿਮਾਰੀ ਸੀ ਜਿਹੜੀ ਕਿਸੇ ਨੂੰ ਸਮਝ ਨਾ ਆਉਂਦੀ। ਡਾਕਟਰ ਆਖਦੇ, ਮੀਤੀ ਖੁਸ਼ ਰਿਹਾ ਕਰ, ਪਰ ਕਿੱਥੇ? ਜਸਦੇਵ ਮੀਤੀ ਦੀ ਟਿਕ ਟਿਕ ਸੁਣਦਾ ਪਰੇ ਹੋ ਜਾਂਦਾ, ਕੋਈ ਬਹਿਸ ਮੁਬਾਸਾ ਨਾ ਕਰਦਾ। ਵੈਸੇ ਮੀਤੀ 50 ਦੀ ਹੋ ਗਈ ਸੀ। 50 ਦੀ ਹੋ ਕੇ ਵੀ ਉਹ 30 ਤੋਂ ਉੱਤੇ ਨਹੀਂ ਸੀ ਲੱਗਦੀ। ਆਪਣੇ ਪਹਿਰਾਵੇ, ਆਪਣੀ ਸਕਿਨ, ਮੇਕਅਪ ਦਾ ਉਹ ਖਾਸ ਖਿਆਲ ਰੱਖਦੀ। ਬੈਡਰੂਮ ਦੇ ਵਿੱਚੋਂ ਉਸ ਵੇਲੇ ਨਿਕਲਦੀ ਜਦੋਂ ਪੂਰੀ ਸਜ ਧਜ ਜਾਂਦੀ, ਮੇਕਅਪ ਕਰਕੇ, ਨੇਲ ਪਾਲਿਸ਼ ਲਾ ਕੇ, ਐਨ ਰੂਪ ਸਾਹਣ ਤੇ ਲਾ ਕੇ ਮੀਤੀ ਕਮਰੇ 'ਚੋਂ ਨਿਕਲਦੀ।
ਮਾਰਨਿੰਗ ਟੀਵੀ ਜਸਦੇਵ ਉਸਦਾ ਪਤੀ ਕੰਮ ਤੇ ਜਾਣ ਤੋਂ ਪਹਿਲਾਂ ਉਸਨੂੰ ਬੈੱਡ ਤੇ ਦੇ ਕੇ ਜਾਂਦਾ ਸੀ। ਵੈਸੇ ਤਾਂ ਫਿਰ ਲੱਗਦਾ ਦੋਸਤੋ ਮੀਤੀ ਮਸਤੀ ਹੋਈ ਸੀ ਨਾ। ਖੈਰ, ਟਰੇ ਸੱਜੀ ਹੋਈ, ਕਾਰਨਫਲੈਕਸ, ਚਾਹ ਦੀ ਕੈਟਲ, ਵਧੀਆ ਚਾਈਨਾ ਸੈੱਟ ਜਸਦੇਵ ਦੋਨਾਂ ਹੱਥਾਂ ਨਾਲ ਫੜ ਕੇ ਮੀਤੀ ਦੇ ਸਿਰਹਾਣੇ ਟਿਕਾਉਂਦਾ। ਮੀਤੀ ਸਿਰਹਾਣਿਆਂ ਦਾ ਢਾਸਣਾ ਲਾ ਕੇ ਕਾਰਨਫਲੈਕਸ ਖਾਂਦੀ, ਚਾਹ ਦੇ ਕੱਪ ਨਾਲ ਲੱਪ ਗੋਲੀਆਂ ਦੀ ਖਾ ਲੈਂਦੀ। ਫਿਰ ਅੱਧਾ ਘੰਟਾ ਆਰਾਮ ਨਾਲ ਪੈ ਜਾਂਦੀ। ਗੋਲੀਆਂ ਦਾ ਅਸਰ ਹੋਣ ਲੱਗਦਾ ਤਾਂ ਉਹ ਤਿਆਰ ਹੋਣ ਲਈ ਉੱਠ ਖੜੋਂਦੀ। ਫਿਰ ਜੀ ਭਰ ਕੇ ਮੇਕਅਪ ਕਰਦੀ। ਉਦੋਂ ਦੁਖੀ ਦੁਨੀਆ ਭਰਦੀ। ਖੈਰ, ਵੀਕਐਂਡ ਆਉਂਦਾ ਤਾਂ ਜਸਦੇਵ ਕਿਚਨ ਦਾ ਕੰਮ ਖਤਮ ਕਰਕੇ ਕੰਨਾਂ ਵਿੱਚ ਕੌੜਾ ਤੇਲ ਪਾ ਕੇ ਡੈਨ ਵਿੱਚ ਆਪਣੇ ਆਫਿਸ ਦੀਆਂ ਫਾਈਲਾਂ ਫਰੋਲਣ ਲੱਗ ਪੈਂਦਾ। ਉਹ ਮੀਤੀ ਕੋਲ ਬੈਠਣ ਤੋਂ ਵੀ ਗੁਰੇਜ਼ ਕਰਦਾ। ਗੱਲ ਕੀ, ਦੁਨੀਆ ਦਾ ਕੋਈ ਵੀ ਇਨਸਾਨ ਮੀਤੀ ਦੀ ਸੋਚ ਦੇ ਹਾਣ ਦਾ ਨਹੀਂ ਸੀ। ਮੀਤੀ ਦੀ ਇੱਕ ਆਪਣੀ ਦੁਨੀਆ ਸੀ। ਉਹ ਹਰ ਇੱਕ ਨੂੰ ਉਸ ਦੁਨੀਆ ਦੇ ਮੇਚ ਦਾ ਜਿਵੇਂ ਖਿੱਚ ਕੇ ਕਰਦੀ। ਇਸੇ ਖਿੱਚੋਤਾਣ ਦੇ ਵਿੱਚ ਮੀਤੀ ਪਰੇਸ਼ਾਨੀਆਂ ਦੇ ਵਿੱਚ ਘਿਰ ਜਾਂਦੀ। ਉਸ ਦੇ ਸਾਹ ਦੀ ਘਿੱਗੀ ਵੱਜ ਜਾਂਦੀ। ਆਪਣੀ ਗੋਲੀ ਖਾਣ ਲਈ ਉਹ ਤੜਫਦੀ, ਹੱਥ ਪੈਰ ਮਾਰਦੀ, ਹਿੱਕ ਨੂੰ ਕੁੱਟ ਨੱਪਦੀ। ਉਸ ਨੂੰ ਲੱਗਦਾ ਸੀ ਕਿ ਜਿਵੇਂ ਹਵਾ ਚੱਲਣੋਂ ਬੰਦ ਹੋ ਗਈ, ਹਿੱਕ ਦੀਆਂ ਨਾੜਾਂ ਸੁੰਗੜ ਗਈਆਂ ਨੇ, ਸਾਹ ਨਾ ਆਉਂਦਾ ਹੋਵੇ। ਹੌਂਕੜੀ ਨਾਲ ਉਸ ਦੀਆਂ ਅੱਖਾਂ 'ਚੋਂ ਪਾਣੀ ਵਗਣ ਲੱਗ ਪੈਂਦਾ। ਉਸ ਦੀ ਇਹ ਆਵਾਜ਼ ਸੁਣ ਕੇ ਜਸਦੇਵ ਭੱਜਾ ਆਉਂਦਾ, ਗੋਲੀ ਦੀ ਸ਼ੀਸ਼ੀ ਖੋਲ ਕੇ ਮੀਤੀ ਨੂੰ ਖਵਾਉਂਦਾ ਹੋਇਆ ਚੜ੍ਹਦਾ। ਕਿਉਂ ਆਪਣੇ ਆਪ ਨੂੰ ਸਜ਼ਾ ਦਿੰਨੀ ਹੈ? ਕਿਉਂ ਨਹੀਂ ਆਪਣੇ ਮਨ ਨਾਲ ਸਮਝੌਤਾ ਕਰਦੀ? ਹਰ ਕੋਈ ਤੇਰੇ ਅਸੂਲਾਂ 'ਤੇ ਥੋੜ੍ਹੀ ਜੀ ਸਕਦਾ। ਕਿਉਂ ਤੂੰ ਹਰ ਵੇਲੇ ਜੀਵਨ ਨੂੰ ਇੱਕ ਕੰਡਿਆਲੀ ਬਾੜੀ ਬਣਾ ਛੱਡਿਆ? ਆਪਣੇ ਮਨ ਨੂੰ ਵਸ ਕਰਨਾ ਸਿੱਖ। ਧਰਮ ਵੀ ਮਨ ਜੀਤੇ ਜਗਜੀਤ ਦਾ ਮੰਤਰ ਦਿੰਦਾ ਹੈ। ਪਰ ਮੀਤੀ ਕਿਸੇ ਦੀ ਮੀਤ ਨਹੀਂ ਸੀ। ਉਹ ਆਖਦੀ, ਤੁਸੀਂ ਸਮਝ ਹੀ ਨਹੀਂ ਸਕਦੇ। ਮੈਂ ਕਹਿੰਦੀ ਹਾਂ ਕਿ ਕੋਈ ਵੀ ਆਦਮੀ ਤੀਵੀਂ ਦੇ ਮਨ ਦੀ ਵਿਥਿਆ ਸਮਝਦਾ ਕਿੱਥੇ ਆ। ਮੇਰੇ ਲਈ ਜ਼ਿੰਦਗੀ ਇੰਨੀ ਸਿੱਧੀ ਪੱਧਰੀ ਨਹੀਂ। ਤੁਹਾਨੂੰ ਤੇ ਆਉਂਦੀਆਂ ਨੇ ਗੱਲਾਂ। ਫਿਰ ਉਹ ਆਪਣੀ ਹਿੱਕ ਨੂੰ ਘੁੱਟ ਕੇ ਫੜਦੀ। ਪਤਾ ਨਹੀਂ ਕਿਹੜਾ ਦਰਦ ਸੀ ਉਸ ਦੀ ਹਿੱਕ ਦੇ ਵਿੱਚ, ਜੋ ਮੀਤੀ ਦੇ ਵੀ ਤੇ ਡਾਕਟਰਾਂ ਦੇ ਵੀ ਸਮਝੋਂ ਪਾਰ ਸੀ। ਵੈਸੇ ਪੰਜਾਬ ਦੀਆਂ ਦੇਸੀ ਬੀਬੀਆਂ ਦੇ ਮੁਤਾਬਕ ਇਹ ਲੱਛਣ ਹੀ ਨੇ, ਹਨਾ। ਖੈਰ, ਚਲਿੱਤਰ ਵੀ ਹੋ ਸਕਦੇ ਆ। ਅੱਗੇ ਦੇਖਦੇ ਹਾਂ ਕੀ ਕਹਿੰਦੀ ਆ ਬਲਵੀਰ ਕੌਰ ਸੰਘੇੜਾ। ਕੰਧਾਂ ਕਹਾਣੀ ਤੁਸੀਂ ਸੁਣ ਰਹੇ ਹੋ। ਇਹ ਸ਼ਾਇਦ ਕੁਛ % ਮੀਤੀਆਂ ਦੀ ਕਹਾਣੀ ਹੋਵੇ। ਤੇ ਫੈਸਲਾ ਇਨਸਾਨ ਦੇ ਆਪਣੇ ਹੱਥ ਹੈ, ਹੋਰ ਕੁਝ ਨਹੀਂ। ਇਸ ਦਿਮਾਗ ਨੂੰ ਜਿੱਧਰ ਲਾ ਲਓ ਲੱਗ ਜਾਵੇਗਾ। ਮੀਤੀ, ਤੂੰ ਵੀ ਇਸ ਨੂੰ ਮੋੜਨਾ ਸਿੱਖ ਲੈ। ਜਸਦੇਵ ਆਪਣੀ ਮੀਤੀ ਨੂੰ ਮਨਾਉਣ ਲਈ ਇਦਾਂ ਦੇ ਪ੍ਰਵਚਨ ਦਿੰਦਾ, ਪਰ ਮੀਤੀ ਕਿੱਥੇ ਮੀਤ ਆਉਂਦੀ। ਜਸਦੇਵ ਬੜਾ ਕੁਝ ਆਖਦਾ, ਫਿਰ ਮਨ ਮਾਰ ਕੇ ਆਪਣੇ ਕੰਮ 'ਚ ਮਸ਼ਰੂਫ ਹੋ ਜਾਂਦਾ। ਜਸਦੇਵ ਮੀਤੀ ਦੇ ਮਿਹਣੇ ਸੁਣ ਤੰਗ ਗਿਆ ਸੀ। ਇੱਕ ਰਾਹਦਾਰੀ ਹੀ ਮੀਤੀ ਨੇ ਭੇਜੀ ਸੀ। ਹੁਣ ਉਸ ਦੀ ਐਡੀ ਵੱਡੀ ਸਜ਼ਾ, ਸਵੇਰੇ ਸ਼ਾਮ ਮਿਹਣੇ ਤੇ ਮਿਹਣਾ, ਕਿ ਤੂੰ ਕੈਨੇਡਾ ਆਉਣ ਜੋਗਾ ਕਿੱਥੇ ਸੀ। ਸੋ ਇਸ ਤਰ੍ਹਾਂ ਮੀਤੀ ਦੀ ਇਹ ਕਹਾਣੀ ਅੱਗੇ ਵੱਧਦੀ ਜਾਂਦੀ। ਪਰ ਦਿਨ ਪਰ ਦਿਨ ਮੀਤੀ ਉਲਝਦੀ ਜਾਂਦੀ। ਮੀਤ ਨੂੰ ਵੀ ਕੁਝ ਸਮਝ ਨਾ ਆਉਂਦਾ। ਮੀਤ ਨੂੰ ਵੀ ਆਪਣੀ ਜ਼ਿੰਦਗੀ ਨਰਕ ਜਾਪਣ ਲੱਗ ਪੈਂਦੀ। ਕੀ ਥੋੜਿਆ ਸੀ ਕੈਨੇਡਾ ਆਉਣ ਤੋਂ ਮੇਰਾ, ਇਹਦੇ ਨਾਲੋਂ ਚੰਗਾ ਸੀ ਇੰਡੀਆ ਰਹਿੰਦਾ। ਆਖਰ ਸਿਵਲ ਇੰਜੀਨੀਅਰ ਤਾਂ ਮੈਂ ਬਣ ਹੀ ਜਾਣਾ ਸੀ, ਜਸਦੇਵ ਸੋਚਦਾ। 1 ਸਾਲ ਹੋਰ ਪੜ੍ਹਾਈ ਦਾ ਰਹਿੰਦਾ ਸੀ। ਕਿੱਥੇ ਕੈਨੇਡਾ ਦੇ ਲਾਲਚ 'ਚ ਬਾਊ ਜੀ ਕਹਿਣ ਲੱਗੀ, ਬੇਟਾ ਕੈਨੇਡਾ ਚਲੇ ਜਾਵਾਂਗਾ, ਆਪਣੀਆਂ ਭੈਣਾਂ ਨੂੰ ਵਿਆਹੁਣ 'ਚ ਮਦਦ ਮਿਲੇਗੀ, ਪਿੰਡ ਦੀ ਦੁਕਾਨ ਦੇ ਸਿਰ ਤੇ ਮੈਂ ਚਾਹੁੰਦੀਆਂ ਕਿੱਥੇ ਤੋਰਾਂਗਾ। ਤੇ ਫਿਰ ਤੇਰਾ ਵੱਡਾ ਵੀਰ ਹਰੀ ਦੇਵ ਵੀ ਭਰ ਜਵਾਨੀ 'ਚ ਤੁਰ ਗਿਆ। ਉਹਦੇ ਵੀ 3 ਜਵਾਕ ਨੇ ਖਾਣ ਵਾਲੇ। ਤੇਰਾ ਭਰਾ ਦੇਵਰਾਜ ਇਕੱਲਾ ਕੀ ਕਰੂ? ਹਾਲੇ ਉਸ ਦੀ ਪੜ੍ਹਾਈ 3-4 ਸਾਲ ਖਤਮ ਨਹੀਂ ਹੋਣੀ। ਜਾ ਮੇਰਾ ਬੀਬਾ ਪੁੱਤ, ਘਰ ਦੀਆਂ ਕੰਧਾਂ 'ਚੋਂ ਦਲਿੱਦਰ ਨਿਕਲ ਜਾਊ। ਹੁਣ ਪਰਮਾਤਮਾ ਆਪਣੀ ਵਿਧ ਬਣਾ ਰਿਹਾ। ਪੜ੍ਹੀ ਲਿਖੀ ਕੁੜੀ ਹੈ ਮੀਤੀ, ਸੋਹਣੀ ਸੁਨੱਖੀ ਹੈ, ਸਾਡੇ ਪਸੰਦ ਹੈ। ਹੋਰ ਵੀ ਤਾਂ ਤੂੰ ਕੱਲ੍ਹ ਨੂੰ ਵਿਆਹ ਕਰਾਉਣਾ ਹੀ ਹੈ। ਚੰਗੀ ਕੁੜੀ ਹੈ, ਪੜ੍ਹੀ ਲਿਖੀ ਹੈ, ਆਪਣੇ ਭੈਣ ਭਰਾ ਵੀ ਮੰਗਵਾ ਲਏਗਾ। ਸੋ ਉਹਦੇ ਬਾਪੂ ਦੀਆਂ ਜਸਦੇਵ ਨੂੰ ਕੀਤੀਆਂ ਹੋਈਆਂ ਹਦਾਇਤਾਂ ਅੱਜ ਉਸ ਨੂੰ ਸੂਲ ਵਾਂਗ ਚੁੱਭਦੀਆਂ, ਉਸ ਦੇ ਸੀਨੇ ਸ਼ੇਕ ਕਰਦੀਆਂ, ਜਦੋਂ ਉਸ ਦੇ ਬਾਊ ਨੇ ਉਸ ਨੂੰ ਮੀਤੀ ਦੇ ਨਾਲ ਲਾਵਾਂ ਲੈਣ ਲਈ ਮਨਾਇਆ ਸੀ। ਜਸਦੇਵ ਦੇ ਬਾਊ ਜੀ ਨੇ ਆਪਣੀ ਪੂਰੀ ਵਾਹ ਲਾ ਕੇ ਜਸਦੇਵ ਨੂੰ ਕੈਨੇਡਾ ਭੇਜ ਦਿੱਤਾ। ਕੈਨੇਡਾ ਪਹੁੰਚਣ ਦੇ ਲਾਲਚ ਵਿੱਚ ਪੜ੍ਹਾਈ ਵੀ ਜਸਦੇਵ ਨੇ ਅਧੂਰੀ ਛੱਡ ਦਿੱਤੀ। ਹਾਲਾਂਕਿ 1 ਸਾਲ ਪੜ੍ਹ ਕੇ ਉਸਨੇ ਸਿਵਲ ਇੰਜੀਨੀਅਰ ਬਣ ਜਾਣਾ ਸੀ। ਸੋਚਿਆ ਕਿ ਚਲੋ ਕੈਨੇਡਾ ਜਾ ਕੇ ਪੜ੍ਹਾਈ ਪੂਰੀ ਕਰੂੰ, ਮਿਹਨਤ ਕਰੂੰ, ਘਰ-ਬਾਰ ਸਵਾਰ ਲਊਂ, ਬਾਊ ਜੀ ਦਾ ਬੜੇਪਾ ਵੀ ਸੌਖਾ ਨਿਕਲ ਜੂ, ਵਿਆਹ ਤਾਂ ਕਰਾਉਣਾ ਹੀ ਹੈ। ਫੇਰ ਸਹੀ ਨਾ ਤਾਂ ਹੁਣ ਸਹੀ। ਲੋਕ ਵੀ ਤਾਂ ਕੈਨੇਡਾ ਜਾਣ ਲਈ ਬੜਾ ਕੁਛ ਕਰਦੇ ਨੇ। ਮੈਨੂੰ ਤਾਂ ਘਰ ਬੈਠੇ ਨੂੰ ਕੈਨੇਡਾ ਦੀ
ਰਾਹਦਾਰੀ ਮਿਲ ਰਹੀ ਹੈ। ਕੈਨੇਡਾ ਦੀ ਚਮਕਦੀ ਦੁਨੀਆ ਉਹਦੇ ਜੇਨ ਦੇ ਵਿੱਚ ਖੌਰੂ ਪਾਉਣ ਲੱਗੀ ਤੇ ਆਖਰ ਜਸਦੇਵ ਨੇ ਮੀਤੀ ਨਾਲ ਵਿਆਹ ਕਰਾਉਣ ਲਈ ਹਾਮੀ ਭਰ ਦਿੱਤੀ। ਪਛਤਾਉਂਦਾ ਉਸ ਵਕਤ ਨੂੰ। ਜਦੋਂ ਉਹ ਕੈਨੇਡਾ ਪਹੁੰਚਾ ਤਾਂ ਜਸਦੇਵ ਦਾ ਕੋਈ ਨੇੜ ਦਾ ਰਿਸ਼ਤੇਦਾਰ ਕੈਨੇਡਾ 'ਚ ਨਾ ਹੋਣ ਕਰਕੇ ਜਸਦੇਵ ਮੀਤੀ ਦੇ ਭਰਾ ਦਵਿੰਦਰ ਕੋਲ ਠਹਿਰਿਆ। ਮੀਤੀ ਦਾ ਭਰਾ ਦਵਿੰਦਰ ਖੁੱਲ੍ਹੇ ਵਿਚਾਰਾਂ ਦਾ ਆਦਮੀ ਸੀ। ਮਾਡਰਨ ਮਨੁੱਖ ਦੀ ਹੋਂਦ ਬਾਰੇ ਗੱਲਾਂ ਕਰਦਾ। ਜਸਦੇਵ ਨੂੰ ਆਏ ਨੂੰ 2 ਦਿਨ ਹੀ ਹੋਏ ਸੀ ਜਦੋਂ ਉਸਨੇ ਮੀਤੀ ਨੂੰ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਆਖ ਦਿੱਤਾ, ਮੀਤੀ, ਇਹ ਤੇਰੀ ਜ਼ਿੰਦਗੀ ਹੈ। ਜੇਕਰ ਜਸਦੇਵ ਦੇ ਵਿਚਾਰ ਤੇਰੇ ਨਾਲ ਨਹੀਂ ਮਿਲਦੇ ਜਾਂ ਤੂੰ ਇਸ ਨੂੰ ਪਸੰਦ ਨਹੀਂ ਕਰਦੀ ਤਾਂ ਮੈਂ ਆਪਣੇ ਖਰਚੇ ਤੇ ਹੁਣੇ ਇਸ ਨੂੰ ਵਾਪਸ ਭੇਜ ਦਿਆਂਗਾ। ਤੇਰੀ ਖੁਸ਼ੀ ਮੈਨੂੰ ਪਹਿਲਾਂ। ਉਸਨੇ ਹੱਥਾਂ ਦੀਆਂ ਉਂਗਲਾਂ ਨਾਲ ਇਸ ਤਰ੍ਹਾਂ ਸੰਕੇਤ ਕੀਤਾ ਜਿਵੇਂ ਸਾਰੀ ਕਾਇਨਾਤ ਉਸਦੇ ਬੋਲਾਂ ਤੇ ਟਿਕੀ ਹੋਵੇ। ਮੀਤੀ ਦੇ ਮਾਪਿਓ ਨੇ ਆਖਿਆ ਕਿ ਆਪਣੇ ਭਰਾ ਤੇ ਤੈਨੂੰ ਮਾਣ ਹੋਣਾ ਚਾਹੀਦਾ ਕੁੜੀਏ, ਜਿਹੜਾ ਤੇਰੇ ਦੁੱਖਾਂ ਸੁੱਖਾਂ ਬਾਰੇ ਪਹਿਲਾਂ ਸੋਚਦਾ। ਜਸਦੇਵ ਸਾਡੇ ਤਾਂ ਪਸੰਦ ਹੈ, ਪਰ ਮੀਤੀ ਜੇ ਤੇਰੀ ਰਜ਼ਾਮੰਦੀ ਜ਼ਰੂਰੀ ਹੈ ਤਾਂ ਆਪਾਂ ਵਿਆਹ ਕਰ ਦਿੰਦੇ ਹਾਂ। ਫੇਰ ਨਾ ਕਹੀਂ ਮੈਨੂੰ ਭਰਾਵਾਂ ਦੇ ਬਰਾਬਰ ਨਹੀਂ ਸਮਝਿਆ। ਮਾਂ ਪਿਓ ਨੇ ਜਿਵੇਂ ਆਪਣੇ ਹੰਕਾਰ ਵਿੱਚ ਸਿਰੇ ਮਾਰਿਆ। ਜਾਣੀ ਜਸਦੇਵ ਦੇ ਕੈਨੇਡਾ ਪਹੁੰਚਣ ਤੋਂ ਬਾਅਦ ਵੀ ਉਹਦੇ ਮਾਪੇ ਉਸ ਨੂੰ ਇੰਨੀ ਮੋਹਲਤ ਦੇ ਰਹੇ ਸਨ ਕਿ ਜੇ ਤੂੰ ਮੀਤੀ ਇਸ ਨੂੰ ਮਿਲ ਕੇ ਵੀ ਪਸੰਦ ਨਹੀਂ ਕਰਦੀ ਤਾਂ ਆਪਾਂ ਇਹਨੂੰ ਵਾਪਸ ਭੇਜ ਦਿੰਦੇ ਹਾਂ, ਤੂੰ ਵਿਆਹ ਨਾ ਕਰਾ। ਜਾਣੀ ਕਿ ਇਹ ਸ਼ਾਇਦ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਵੀਡੀਓ ਫੋਟੋਆਂ ਦਾ ਬਹੁਤਾ ਚੱਲਣਾ ਹੁੰਦਾ ਹੋਵੇ। ਖੈਰ, ਜਸਦੇਵ ਉਹਨਾਂ ਦੀਆਂ ਗੱਲਾਂ ਸੁਣ ਕੇ ਕੋਲ ਬੈਠਾ ਬਖਲਾ ਗਿਆ। ਉਸ ਦੀ ਹੋਂਦ ਮਿੰਟਾਂ 'ਚ ਜ਼ੀਰੋ ਹੋ ਗਈ। ਉਹ ਭੌਂਚਲ ਗਿਆ। ਉਹਦੇ ਅੰਦਰੋਂ ਰੋਹ ਨੇ ਜਿਵੇਂ ਜੁਗਾਲ ਕਰਨਾ ਸ਼ੁਰੂ ਕਰ ਦਿੱਤਾ। ਉਹ ਸੋਚ ਰਿਹਾ ਸੀ ਕਿ ਇਹਨਾਂ ਲੋਕਾਂ ਨੇ ਇਹ ਗੱਲਾਂ ਪਹਿਲਾਂ ਕਿਉਂ ਨਹੀਂ ਕੀਤੀਆਂ, ਆਪਣੀ ਧੀ ਨੂੰ ਪਹਿਲਾਂ ਕਿਉਂ ਨਹੀਂ ਪੁੱਛਿਆ ਕਿ ਤੂੰ ਜਸਦੇਵ ਨਾਂ ਦੇ ਬੰਦੇ ਨਾਲ ਵਿਆਹ ਕਰਾਉਣਾ। ਅੱਜ ਮੈਨੂੰ ਇੰਡੀਆ ਤੋਂ ਮੰਗਵਾ ਕੇ ਕੋਲ ਬਿਠਾ ਕੇ ਮੇਰੀ ਹੋਣ ਵਾਲੀ ਪਤਨੀ ਦੇ ਸਾਹਮਣੇ ਮੈਨੂੰ ਕਿਉਂ ਜਲੀਲ ਕਰ ਰਹੇ ਨੇ। ਉਸ ਦਾ ਜੀ ਕੀਤਾ ਕੋਈ ਮੀਤੀ ਤੇ ਉਸਦੇ ਪਰਿਵਾਰ ਨੂੰ ਆਖ ਦੇਵੇ ਕਿ ਮੈਨੂੰ ਅੱਜ ਹੀ ਵਾਪਸ ਭੇਜ ਦਿਓ, ਇੱਥੇ ਮੈਂ ਨਹੀਂ ਰਹਿਣਾ, ਮੈਂ ਨਹੀਂ ਕਰਾਉਣੀ ਆਪਣੀ ਬੇਇੱਜ਼ਤੀ। ਪਰ ਉਹ ਕੁਝ ਨਹੀਂ ਆਖ ਸਕਿਆ। ਉਹ ਉਹਨਾਂ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਗਿਆ ਤੇ ਮੀਤੀ ਆਪਣੇ ਭਰਾ ਤੇ ਮਾਪਿਆਂ ਦੀਆਂ ਗੱਲਾਂ ਸੁਣ ਕੇ ਬਿਫਰ ਰਹੀ ਸੀ। ਇਹ ਸ਼ਾਇਦ ਜਸਦੇਵ ਦੀ ਪਹਿਲੀ ਹਾਰ ਸੀ। ਖੈਰ, ਉਸ ਨੂੰ ਆਪਣੇ ਪਿੱਛੇ ਦਾ ਖਿਆਲ ਆਇਆ ਕਿ ਚਲੋ ਕਈ ਲੋਕ ਬੜਬੋਲੇ ਹੁੰਦੇ ਨੇ, ਬੋਲ ਲੈਣ ਦਿਓ। ਉਸਨੇ ਸਮਝੌਤਾ ਕੀਤਾ। ਉਸ ਨੂੰ ਉਸਦੇ ਘਰ ਦੇ ਬੋਝ ਨੇ ਦਵਾਈ ਰੱਖਿਆ। ਬੰਦੇ ਦਾ ਅੰਦਰਲਾ ਲਾਲਚ ਸਭ ਕੁਝ ਜਰ ਲੈਂਦਾ, ਜਲਾਲਤ ਵੀ। ਜਸਦੇਵ ਦੇ ਅੰਦਰ ਵੀ ਆਪਣੀਆਂ 4 ਭੈਣਾਂ ਦਾ ਵਿਆਹ, ਭਰਾ ਦਾ ਨਿੱਕਾ ਟੱਬਰ ਜੋ ਦੁਨੀਆ ਤੋਂ ਛੱਡ ਗਿਆ ਸੀ, ਉਹਦੇ 3 ਬੱਚੇ, ਬਾਊ ਜੀ ਦੀ ਕੋਡੀ ਹੋਈ ਪਿੱਠ, ਮਾਂ ਦਾ ਚੁੱਲ੍ਹੇ ਚੌਂਕੇ ਦੁਆਲੇ ਹੋਇਆ ਬੁਰਾ ਹਾਲ, ਭਰਾ ਦੀ ਰਹਿੰਦੀ ਅਜੇ ਅਰਧਵਾਟੇ ਦੀ ਪੜ੍ਹਾਈ, ਫਿਲਮ ਵਾਂਗ ਉਸ ਦੀ ਰੀਲ ਵਾਂਗ ਉਸ ਦੇ ਦਿਮਾਗ 'ਚ ਘੁੰਮਣ ਲੱਗੇ। ਕੈਨੇਡਾ ਦੇ ਨੀਲੇ ਹਰੇ ਨੋਟ ਉਸ ਦੀਆਂ ਅੱਖਾਂ ਅੱਗੇ ਟਿਮਕਣ ਲੱਗੇ। ਜਸਦੇਵ ਦਾ ਜਿਸਮ ਥਾਂ ਤੇ ਹੀ ਜੰਮ ਗਿਆ। ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕਦੀ ਜਾ ਰਹੀ ਸੀ। ਉੱਪਰੋਂ ਮੀਤੀ ਦਾ ਭਰਾ ਦਵਿੰਦਰ ਨੇ ਹੋਰ ਟੋਟਕਾ ਛੱਡਿਆ। ਜਸਦੇਵ, ਮੀਤੀ ਨੂੰ ਕੰਮ ਕਰਦਿਆਂ 4 ਵਰ੍ਹੇ ਹੋ ਗਏ ਨੇ। ਇਸ ਦੀ ਕਮਾਈ 'ਚੋਂ ਧੇਲਾ ਨਹੀਂ ਛੇੜਨਾ। ਇਹ 4 ਵਰ੍ਹਿਆਂ ਦੀ ਕਮਾਈ ਇਸ ਦੀ ਆਪਣੀ ਹੈ, ਤੂੰ ਇਸ 'ਚੋਂ ਪੈਨੀ ਨਹੀਂ ਲੈਣੀ। ਤੇ ਇਸ ਦੇ ਨਾਲ ਦਵਿੰਦਰ, ਮੀਤੀ ਦਾ ਭਰਾ, ਹੀ ਕਰਕੇ ਹੱਸਿਆ। ਫਿਰ ਕਹਿਣ ਲੱਗਾ ਜਸਦੇਵ ਨੂੰ ਮੁਖਾਤਬ ਹੋ ਕੇ, ਬਰਖੁਰਦਾਰ, ਇਹ ਕੈਨੇਡਾ ਹੈ, ਇੱਥੇ ਤੀਵੀਂ ਆਦਮੀ ਦੀ ਆਪਣੀ ਆਪਣੀ ਕਮਾਈ ਹੁੰਦੀ ਹੈ। ਇਹ ਨਾ ਹੋਵੇ ਕਿ ਤੂੰ ਇਸ ਦੀ ਕਮਾਈ ਪਿੱਛੇ ਭੇਜਣ ਦੇ ਸੁਪਨੇ ਵੇਖੇ। ਮੀਤੀ ਦੀ ਮਾਂ ਕਹਿਣ ਲੱਗੀ, ਜਸਦੇਵ ਪੁੱਤ, ਤੈਨੂੰ ਐਵੇਂ ਡਰਾਉਂਦਾ, ਇਹਨੂੰ ਕੀ ਪਤਾ ਘਰ ਕਿਵੇਂ ਚੱਲਦੇ ਆ, ਰਲ ਕੇ ਜੋ ਮਰਜ਼ੀ ਕਰ ਲੋ ਦੋਨੇ। ਮੀਤੀ ਦੀ ਸਲਾਹ ਨਾਲ ਕੁਝ ਵੀ ਹੋ ਸਕਦਾ। ਉਸ ਦੀ ਮਾਂ ਨੇ, ਜਾਣੀ ਉਸ ਦੀ ਸੱਸ ਨੇ, ਉਸ ਨੂੰ ਥੋੜਾ ਸਨੇਹ ਰੂਪ 'ਚ ਧਰਵਾਸ ਦਿੱਤਾ। ਜਸਦੇਵ ਨੂੰ ਮਾਤਾ ਦੀ ਸਹਿਜ ਪਾ ਆਖੀ ਗੱਲ ਵਿੱਚੋਂ ਜਿਵੇਂ ਕਿ ਦਵਿੰਦਰ ਦੀ ਆਖੀ ਗੱਲ ਦਾ ਝੋਲਾ ਪਿਆ। ਉਸ ਵੇਲੇ ਉੱਥੇ ਬੈਠਿਆ ਉਸ ਨੂੰ ਮਹਿਸੂਸ ਹੋਇਆ ਜਿਵੇਂ ਹਵਾ ਉਸ ਦੀਆਂ ਅੰਤੜੀਆਂ ਦੇ ਵਿੱਚ ਪਹੁੰਚ ਹੀ ਨਹੀਂ ਰਹੀ। ਜਸਦੇਵ ਨੂੰ ਸਾਹ ਲੈਣਾ ਔਖਾ ਜਾਪਿਆ। ਤੇ ਫਿਰ ਉਸ ਦਾ ਸਹੁਰਾ ਸਾਹਿਬ ਖੂੰਡੀ ਘਮਾਉਂਦਾ ਕਮਰੇ 'ਚ ਆ ਗਿਆ। ਮੀਤੀ ਦਾ ਪਿਓ, ਜਸਦੇਵ ਦਾ ਸਹੁਰਾ, ਬੋਲਿਆ, ਕਿਉਂ ਮੁੰਡੇ ਨੂੰ ਡਰਾਈ ਜਾ ਰਹੇ ਹੋ? ਇਹ ਕਿਹੜਾ ਨਿਆਣੇ ਆ, ਆਪੇ ਸੋਚ ਸਮਝ ਕੇ ਟੱਬਰ ਚਲਾਉਣਗੇ। ਜਸਦੇਵ ਬੜੀ ਜਲਾਲਤ ਜੀ ਮਹਿਸੂਸ ਕਰਦਾ ਕਿ ਇਹ ਮੇਰਾ ਸਹੁਰਾ ਪਰਿਵਾਰ ਮੈਨੂੰ ਆਪਣਾ ਮੈਂਬਰ ਬਣਾਉਣ ਦੀ ਬਜਾਏ ਸੀਰੀ ਕਿਉਂ ਸਮਝੀ ਜਾਂਦਾ ਹੈ। ਜਸਦੇਵ ਦੇ ਅੰਦਰ ਲਾਵਾ ਉੱਠਿਆ ਤੇ ਦਬਦਾ ਰਿਹਾ। ਪਰ ਉਸਨੇ ਫਿਰ ਝੂਠੀ ਜੀ ਮੁਸਕਾਨ ਨਾਲ ਮੁਸਕਰਾਉਣਾ ਸ਼ੁਰੂ ਕੀਤਾ। ਉਹ ਆਪਣੇ ਪੈਰਾਂ ਨੂੰ ਜਿਵੇਂ ਆਖਦਾ ਹੋਵੇ, ਇੱਥੋਂ ਤੁਰ ਪਵੋ, ਲੈ ਚੱਲੋ ਮੈਨੂੰ ਕਿਧਰੇ, ਪਰ ਕਮਰੇ ਦੀ ਜ਼ਹਿਰੀਲੀ ਹਵਾ ਤੋਂ ਦੂਰ। ਪਰ ਉਸਦੇ ਪੈਰਾਂ ਨੇ ਵੀ ਸਾਥ ਨਾ ਦਿੱਤਾ। ਉਹਨੇ ਆਪਣੇ ਪਿਤਾ ਜੀ ਨੂੰ ਸੰਬੋਧਨ ਹੁੰਦਿਆਂ ਬੋਲਿਆ, ਆਪਣੇ ਸਹੁਰਾ ਸਾਹਿਬ ਨੂੰ, ਮੈਂ ਬਾਹਰ ਘੁੰਮ ਆਵਾਂ, ਥੋੜੀ ਸੈਰ ਹੋ ਜਾਵੇਗੀ।
रुक रुक के ਉਹਦੇ गले चों ਇਹ शब्द मसा निकले, क्यों नहीं क्यों नहीं। उसके सहुरे ने आख्या मीती नूं भी नाल लै जा पुत्त, दोवें घुम आओ। जसदेव नूं इंज जापिया कि जिवें ਇਹ भी पिता दी कोई साजिश होवे कि मीती नूं जो मेरे नाल भेज रिहा। उसनूं महसूस होया जिवें ਉਹ कनेडा दी हवा 'ਚ कैद हो गया होवे। कुछ करन नूं भी आजाद नहीं सी, पर ਉਹ ਮੂੰਹੋਂ कुछ ना बोलिया। सिर्फ उसने मीती नूं पुछया, जाना मीती? मीती कहण लगी, नहीं तुसीं जा आवो। जसदेव ने सुख का साह लिया कि चलो बाहर कला हवा च तो साह लै सकांगा, अपने मन नाल तां गल कर सकांगा, क्योंकि अंदर उसनूं घुटन महसूस हो रही सी अपने सहुरा परिवार चों, जिहड़ा अजे पूर्ण रूप च सहुरा परिवार नहीं सी बनिया। पर उन्हां दे मिहणे इदां दे सी जिवें पिछले जमाने च किसी शरीफ नूंह नूं ਉਹਦੇ सहुरे सस ਜਾਂ ਪਤੀਸਾਂ ਮਿਹਣੇ ਦਿੰਦੀਆਂ ਹੋਣ। जसदेव ਦੇ चले जाण तो बाद मीती ਦੇ पिता ने मीती ਨੂੰ ਫੇਰ ਪੁੱਛਿਆ, मीती ਫੇਰ ਨਾ ਆਖੀ ਤੈਨੂੰ ਚੁਆਇਸ ਨਹੀਂ ਦਿੱਤੀ, ਤੇਰੇ ਭਰਾਵਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਏ ਨੇ, ਤੂੰ ਪਿੱਛੇ ਰਹਿ ਗਈ। ਜੇ ਮੁੰਡਾ ਪਸੰਦ ਹੈ ਤਾਂ ਹਾਂ ਕਰੀ, ਨਹੀਂ ਤਾਂ ਇਸ ਨੂੰ ਵਾਪਸ ਭੇਜ ਦੇਵਾਂਗੇ। ਦੇਖ ਲੈ ਕੁੜੀਏ, ਸਾਨੂੰ ਬਲੇਮ ਨਾ ਦੇਵੀਂ। ਉਂਝ ਮੁੰਡਾ ਚੰਗਾ ਭਲਾ ਜਾਪਦਾ, ਪੜ੍ਹਿਆ ਲਿਖਿਆ ਵੀ ਹੈ, ਸੋਹਣਾ ਸੁਨੱਖਾ ਹੈ, ਮੂੰਹ 'ਚ ਜ਼ੁਬਾਨ ਵੀ ਨਹੀਂ। ਫਿਰ ਹਾ 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 ਕਰਕੇ ਹੱਸਣ ਲੱਗੇ। ਨਾ ਇੱਥੇ ਸੱਸ ਨਾ ਨਨਾਣ, ਸੁਖੀ ਰਹੇਗੀ। ਮਾਤਾ ਜੀ ਨੇ ਜਾਣ ਬਣ ਕੇ ਮੂੰਹ ਸਵਾਰ ਕੇ ਮੀਤੀ ਨੂੰ ਪਿਆਰ ਦਿੱਤਾ। ਪਰ ਤੁਸੀਂ ਇਹ ਸਭ ਗੱਲਾਂ ਪਹਿਲਾਂ ਕਹਿਣੀਆਂ ਸੀ, ਹੁਣ ਉਸਦੇ ਆਏ ਤੇ ਉਸਨੂੰ ਕੋਲ ਬਿਠਾ ਕੇ ਉਸਨੂੰ ਆਖਣ ਲੱਗੇ ਹੋ। ਮਾਤਾ ਜੀ ਕਿੱਥੋਂ ਦੀ ਅਕਲਮੰਦੀ ਹੈ। ਮੀਤੀ ਨੇ ਤਲਖ ਹੋ ਕੇ ਆਪਣੇ ਪਰਿਵਾਰ ਨੂੰ ਵਰਜਿਆ। ਕੁੜੀਏ, ਤੇਰਾ ਬੁਰਾ ਭਲਾ ਸੋਚਣਾ ਵੀ ਸਾਡਾ ਫਰਜ਼ ਹੈ ਨਾ। ਤੈਨੂੰ ਉਹਦੇ ਲੜ ਲਾਉਣਾ ਸਾਰੀ ਜ਼ਿੰਦਗੀ ਦੀ ਗੱਲ ਹੈ। ਇਹ ਗੱਲਾਂ ਹੁਣ ਕਲੀਅਰ ਹੋ ਜਾਣੀਆਂ ਚਾਹੀਦੀਆਂ ਨੇ ਤੇ ਉਸਦੇ ਮਨ 'ਚ ਕੋਈ ਭਰਮ ਨਾ ਰਹੇ। ਉਸਦੀ ਮਾਤਾ ਨੇ ਨਹੋਰਾ ਮਾਰਿਆ। ਬਸ ਬਹੁਤ ਹੋ ਗਿਆ ਮੰਮਾ, ਮੈਂ ਸੋਚ ਲਿਆ, ਹੁਣ ਜੋ ਹੋਣਾ ਸੀ ਹੋ ਗਿਆ, ਉਹ ਆ ਗਿਆ, ਮੈਂ ਉਸਨੂੰ ਮੋੜਨਾ ਨਹੀਂ, ਮੈਂ ਸਮਝ ਲਵਾਂਗੀ, ਸਿੱਝ ਲਵਾਂਗੀ। ਇਹ ਆ ਕੇ ਮੀਤੀ ਨੇ ਉਸ ਨਾਲ ਵਿਆਹ ਕਰਾਉਣ ਦਾ ਫੈਸਲਾ ਆਪਣੇ ਟੱਬਰ ਨੂੰ ਸੁਣਾ ਦਿੱਤਾ। ਮੀਤੀ ਤੇ ਜਸਦੇਵ ਵਿਆਹ ਤੋਂ ਪਹਿਲਾਂ ਕਦੇ ਕਦੇ ਫਿਲਮ ਵੇਖਣ ਚਲੇ ਜਾਂਦੇ, ਕਦੇ ਘੁੰਮਣ ਚਲੇ ਜਾਂਦੇ। ਜਸਦੇਵ ਨੂੰ ਕੋਲ ਬਿਠਾ ਕੇ ਜੋ ਸ਼ਬਦ ਉਸਦੇ ਸਾਲੇ ਦਵਿੰਦਰ ਨੇ ਆਖੇ ਸਨ, ਉਹ ਉਸਨੂੰ ਕਦੇ ਨਹੀਂ ਭੁੱਲੇ। ਦਵਿੰਦਰ ਦੀ ਨਜ਼ਰ ਦੇ ਵਿੱਚ ਜਸਦੇਵ ਦੀ ਕੋਈ ਕੀਮਤ ਨਹੀਂ ਸੀ। ਜਸਦੇਵ ਸੋਚਦਾ ਸੀ ਕਿ ਉਸਦੀ 10ਵੀਂ 12ਵੀਂ ਪੜ੍ਹੀ ਭੈਣ ਨਾਲੋਂ ਤਾਂ ਉਹ ਚੰਗਾ ਸੀ। ਦਵਿੰਦਰ ਨੇ ਉਸਦੀ ਇਸ ਤਰ੍ਹਾਂ ਬੇਇੱਜ਼ਤੀ ਕਿਉਂ ਕੀਤੀ? ਇਸ ਸਭ ਦੇ ਬਾਵਜੂਦ ਵੀ ਜਸਦੇਵ ਚੁੱਪ ਕਰਕੇ ਆਪਣੀ ਜ਼ਿੰਦਗੀ ਦਾ ਪਹੀਆ ਰੇੜਨ ਲੱਗਾ। ਪਰ ਦਵਿੰਦਰ ਦੇ ਕਹੇ ਹੋ ਬੋਲ ਜਸਦੇਵ ਨੂੰ ਅਕਸਰ ਚੁਭਦੇ। ਜੋ ਉਸਦੇ ਸਾਲੇ ਜਸਦੇਵ ਨੇ ਉਸਨੂੰ ਆਖਿਆ ਸੀ, ਦਵਿੰਦਰ ਨੇ ਉਸਨੂੰ ਆਖਿਆ ਸੀ, ਜਸਦੇਵ ਨੂੰ ਉਹ ਚੀਜ਼ ਹਮੇਸ਼ ਚੁਭਦੀ। ਖੈਰ ਵਿਆਹ ਹੋ ਗਿਆ ਮੀਤੀ ਤੇ ਜਸਦੇਵ ਦਾ। ਦਵਿੰਦਰ ਨੇ ਨੇੜੇ ਤੇੜੇ ਦੇ ਰਿਸ਼ਤੇਦਾਰਾਂ ਤੋਂ ਬਿਨਾਂ ਕਿਸੇ ਨੂੰ ਨਾ ਸੱਦਿਆ। ਕਹਿਣ ਲੱਗਾ, ਕੀ ਫਾਇਦਾ ਫਜ਼ੂਲ ਖਰਚੀ ਦਾ। ਤੇ ਫਿਰ ਜਸਦੇਵ ਵੀ ਇਸ ਮੁਲਕ ਵਿੱਚ ਨਵਾਂ ਆ, ਖਰਚਾ ਤਾਂ ਇਸੇ ਨਹੀਂ ਚੁੱਕਣਾ, ਸਾਰੀ ਉਮਰ ਖਰਚਾ ਲਾਉਂਦਾ ਰਹੂ ਇੰਨੇ ਇਕੱਠ ਦਾ। ਇਹ ਸਭ ਕੁਝ ਇਕੱਠਾ ਹੋ ਕੇ ਜਸਦੇਵ ਦੀ ਹਿੱਕ 'ਚ ਜੰਮਦਾ ਰਿਹਾ। ਉਹ ਸੋਚਦਾ ਕਿ ਮੇਰਾ ਕੋਈ ਰਿਸ਼ਤੇਦਾਰ ਨਹੀਂ, ਰਿਸ਼ਤੇਦਾਰ ਨਾਤੇਦਾਰ ਦੋਸਤ ਸਭ ਦਵਿੰਦਰ ਤੇ ਇਹਨਾਂ ਦੇ ਆਪਣੇ, ਤੇ ਖਰਚਾ ਮੈਂ ਕਿਉਂ ਚੁੱਕਾਂ। ਕੀ ਹੋਇਆ, ਮੇਰਾ ਇੱਥੇ ਟੱਬਰ ਨਹੀਂ, ਫਿਰ ਵੀ ਕੋਈ ਗੁੱਡੇ ਗੁੱਡੀ ਦਾ ਵਿਆਹ ਤਾਂ ਨਹੀਂ। ਆਖਰ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਅਸੀਂ, ਜਿਹੜੇ 2-4 ਰਿਸ਼ਤੇਦਾਰ ਦੋਸਤ ਆਏ ਨੇ ਉਹਨਾਂ ਨੂੰ ਰੋਟੀ ਪਾਣੀ ਚੰਗਾ ਹੀ ਖਵਾ ਦਿੰਦੇ। ਇਹ ਕੀ ਬਣਿਆ ਬਣਾਇਆ ਕਿ ਨੰਦਾਂ ਤੋਂ ਪਹਿਲਾਂ ਚਾਹ ਪਿਆ ਦਿੱਤੀ, ਲੰਗਰ ਗੁਰਦੁਆਰੇ ਛਵਾ ਦਿੱਤਾ, ਜਿਹੜਾ ਵੀ ਖਰਚਾ ਹੋਇਆ ਉਹੀ ਵਧਾ ਚੜਾ ਕੇ ਮੇਰੇ ਪੱਲੇ ਪਾ ਦਿੱਤਾ। ਖੈਰ ਜਸਦੇਵ ਇਹਨਾਂ ਤੰਦੋ ਤਾਣੀਆਂ 'ਚ ਘਿਰਿਆ ਜ਼ਿੰਦਗੀ ਦਾ ਹੋਰ ਕੋਈ ਫੈਸਲਾ ਨਾ ਕਰ ਸਕਿਆ, ਬਜਾਏ ਇਸ ਤੇ ਕਿ ਉਹ ਕੋਸ਼ਿਸ਼ ਕਰੇ ਕਿ ਕਿਵੇਂ ਕੈਨੇਡਾ ਦੇ ਵਿੱਚ ਸੈਟਲ ਹੋਣਾ ਤੇ ਕਿਵੇਂ ਮੀਤੀ ਨਾਲ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ। ਮੀਤੀ ਭਾਵੇਂ ਦਿਲ ਦੀ ਮਾੜੀ ਨਹੀਂ ਸੀ, ਪਰ ਸਿਰਫ ਆਪਣੇ ਭਰਾਵਾਂ ਤੇ ਮਾਂ ਵੱਲੋਂ ਦਿੱਤੀ ਹੋਈ ਥੋੜ੍ਹੀ ਜਿਹੀ ਹੱਲਾਸ਼ੇਰੀ ਕਾਰਨ ਮੀਤੀ ਵੀ ਘਮੰਡੀ ਹੋਣ ਲੱਗੀ। ਉਸ ਦਾ ਗਰੂਰ ਸੀ ਕਿ ਉਹ ਆਪਣੇ ਭਰਾਵਾਂ ਦੇ ਬੋਲਾਂ ਤੇ, ਜਿਨ੍ਹਾਂ ਨੇ ਆਖ ਦਿੱਤਾ ਸੀ ਜੇਕਰ ਜਸਦੇਵ ਨੇ ਉਸ ਨੂੰ ਕੁਝ ਕਿਹਾ ਤਾਂ ਇਸ ਨੂੰ ਵਾਪਸ ਭੇਜ ਦੇਵਾਂਗੇ, ਮੀਤੀ ਦਾ ਸੁਭਾਅ ਬਦਲਣ ਲੱਗਾ। ਉਹਨੂੰ ਲੱਗਾ ਕਿ ਜਿਵੇਂ ਉਹ ਕੋਈ ਮਹਾਰਾਣੀ ਵਿਕਟੋਰੀਆ ਹੋਵੇ। ਉਸ ਵੇਲੇ ਜਸਦੇਵ ਨੂੰ ਕਿਹੜਾ ਪਤਾ ਸੀ ਕਿ ਵਿਆਹ ਹੋਣ ਤੋਂ ਬਾਅਦ ਦਵਿੰਦਰ ਉਸ ਨੂੰ ਵਾਪਸ ਨਹੀਂ ਭੇਜ ਸਕਦਾ, ਪਰ ਫਿਰ ਵੀ ਇਹ ਲਫ਼ਜ਼ ਜਸਦੇਵ ਦੇ ਸਿਰ ਤੇ ਪੂਰਾ ਵਰ੍ਹਾ ਨੰਗੀ ਤਲਵਾਰ ਵਾਂਗ ਲਟਕਦੇ ਰਹੇ। ਦਵਿੰਦਰ ਦੀਆਂ ਗੱਲਾਂ ਨੇ ਜਸਦੇਵ ਦੀ ਅਣਖ ਨੂੰ ਝੰਜੋੜਿਆ। ਦਵਿੰਦਰ ਪ੍ਰਤੀ ਉਸਦੇ ਮਨ ਦੇ ਵਿੱਚ ਕੁੜੱਤਣ ਪਹਿਲੇ ਦਿਨ ਤੋਂ ਹੀ ਪੈਦਾ ਹੋ ਗਈ ਸੀ ਕਿ ਆਖਰ ਇਸ ਦੀ ਕੀ ਹੈਸੀਅਤ ਹੈ। ਜਸਦੇਵ ਮਨ ਹੀ ਮਨ ਕੁੜਦਾ ਰਹਿੰਦਾ।
ਤੇ ਜਸਦੇਵ ਮਨ ਹੀ ਮਨ ਕੁੜਦਾ ਰਹਿੰਦਾ ਕਿ ਕੀ ਖੱਟਿਆ ਉਸਨੇ ਕੈਨੇਡਾ ਆ ਕੇ। ਇਹੋ ਨਾ ਕਿ ਕੈਨੇਡਾ ਪਹਿਲਾਂ ਆ ਕੇ ਪੱਕਾ ਹੋ ਗਿਆ, ਉਹ ਵੀ ਡੈਬੀ ਦੀ ਮਦਦ ਨਾਲ 4 ਸਿੱਕੇ ਉਹਨੂੰ ਦੇ ਕੇ ਝੂਠ ਮੂਠ ਦਾ ਵਿਆਹ ਰਚਾ ਲਿਆ ਦਵਿੰਦਰ ਨੇ। 4 ਦਿਨ ਉਹਨੂੰ ਖਿਲਾ ਪਿਲਾ ਕੇ ਆਪ ਰੱਖ ਕੇ ਫਿਰ ਅਗਾਂਹ ਤੋਰ ਦਿੱਤੀ, ਆਪਣਾ ਗਾਉਂ ਪੂਰਾ ਕੀਤਾ, ਉਹਨੂੰ ਭੋਗਿਆ ਕਿਸੇ ਹੋਰ ਹਵਾਲੇ ਕਰ ਦਿੱਤੀ। ਵਰਾ ਅੱਡ ਰਹਿਣ ਤੋਂ ਬਾਅਦ ਤਲਾਕ ਲੈ ਲਿਆ। ਡੈਬੀ ਦੀ ਮਜਬੂਰੀ ਦਾ ਖੂਬ ਫਾਇਦਾ ਉਠਾਇਆ ਇਸਨੇ। ਡੈਬੀ ਨੂੰ ਪੈ ਚੁੱਕੀ ਸ਼ਰਾਬ ਦੀ ਮਾੜੀ ਆਦਤ, ਇੱਕ ਤੋਂ ਦੂਜੇ ਕੋਲ, ਦੂਜੇ ਤੋਂ ਤੀਜੇ ਕੋਲ। ਦਵਿੰਦਰ ਨੇ ਡੈਬੀ ਦੀ ਕੀ ਕਦਰ ਪਾਈ। ਉਹ ਵਿਚਾਰੇ ਨੂੰ ਸਾਂਭਣ ਸੰਭਾਲਣ ਦੀ ਥਾਂ ਅੱਗੋਂ ਆਪਣੇ ਦੋਸਤਾਂ ਨੂੰ ਹੀ ਪੇਸ਼ ਕਰ ਦਿੱਤਾ। ਕਿੱਡਾ ਵੱਡਾ ਇੱਜ਼ਤ ਦਾ ਕੰਮ ਕੀਤਾ। ਜੇ ਕੱਲ ਨੂੰ ਮੈਂ ਇਸ ਤਰ੍ਹਾਂ ਮੀਤੀ ਨਾਲ ਕਰਾਂ ਜੋ ਦਵਿੰਦਰ ਦੀ ਭੈਣ ਹੈ, ਫਿਰ ਉਸਨੇ ਕੌੜਾ ਘੁੱਟ ਭਰ ਲਿਆ ਕਿ ਫਿਰ ਮੇਰੇ ਤੇ ਦਵਿੰਦਰ 'ਚ ਫਰਕ ਕੀ ਹੈ। ਜਾਣੀ ਮੀਤੀ ਦੇ ਭਰਾ ਜਾਣੀ ਜਸਦੇਵ ਦੇ ਸਾਲੇ ਦਵਿੰਦਰ ਨੇ ਡੈਬੀ ਨਾਲ ਵਿਆਹ ਕਰਾਇਆ ਸੀ, ਇੱਕ ਗੋਰੀ ਨਾਲ, ਜਿਹਨੂੰ ਅੱਗੋਂ ਦੀ ਅੱਗੋਂ ਵਰਤ ਕੇ ਛੱਡ ਦਿੱਤਾ। ਵਿਆਹ ਤੋਂ ਬਾਅਦ ਇੱਕ ਦਿਨ ਜਸਦੇਵ ਤੇ ਮੀਤੀ ਇੱਕ ਬੈਡਰੂਮ ਦੇ ਅਪਾਰਟਮੈਂਟ ਵਿੱਚ ਕਿਰਾਏ ਤੇ ਰਹਿਣ ਲੱਗੇ। ਉਹ ਮੂਲੋਂ ਹੀ ਸਸਤਾ ਸੀ। ਮੀਤੀ ਦੇ ਪਿਤਾ ਜੀ ਦਾ ਕਹਿਣਾ ਸੀ ਕਿ ਹਾਲ ਦੀ ਘੜੀ ਆਪਣੀ ਚਾਦਰ ਦੇਖ ਪੈਰ ਪਸਾਰੋ। ਜਿਹੜੇ ਪੈਸੇ ਵਿਆਹ ਦੇ ਵਾਰਨੇ ਆਦਿ ਮਿਲੇ ਨੇ, ਗਿਫਟ ਦੇ ਤੌਰ ਤੇ ਮਿਲੇ ਨੇ, ਉਹ 2 ਮਹੀਨੇ ਦੀ ਡਾਊਨ ਪੇਮੈਂਟ ਦੇ ਦਿੱਤੀ ਹੈ। ਮਾਤਾ ਜੀ ਤੇ ਪਿਤਾ ਜੀ ਕੋਲ ਕੋਈ ਪੈਸਾ ਹੈ ਨਹੀਂ ਸੀ। ਉਹ ਦਵਿੰਦਰ ਦੇ ਸਿਰ ਤੇ ਹੀ ਰਹਿੰਦੇ ਸੀ। ਮਾੜੀ ਮੋਟੀ ਪੈਨਸ਼ਨ ਡੈਬੀ ਲਵਾ ਗਈ ਸੀ ਉਹਨਾਂ ਦੀ, ਜਾਣੀ ਜਿਹੜੀ ਗੋਰੀ ਨੂੰਹ ਸੀ ਉਹ ਵੀ ਦਵਿੰਦਰ ਛਕਾ ਜਾਂਦਾ। ਵਿਆਹੁਤਾ ਜ਼ਿੰਦਗੀ ਸ਼ੁਰੂ ਕਰਨ ਵਾਸਤੇ ਜਿਸ ਖਿੱਚ ਤੇ ਚਾਹ ਮਲਾਰ ਦੀ ਲੋੜ ਹੁੰਦੀ ਹੈ ਤੇ ਉਹ ਮੀਤੀ ਤੇ ਜਸਦੇਵ ਦੇ ਵਿੱਚ ਪੈਦਾ ਹੀ ਨਾ ਹੋਇਆ। ਮੀਤੀ ਵਿੱਚ ਇਸ ਗੱਲ ਦਾ ਘਮੰਡ ਸੀ ਕਿ ਉਸਨੇ ਜਸਦੇਵ ਨੂੰ ਕੈਨੇਡਾ ਮੰਗਵਾਇਆ ਤੇ ਜਸਦੇਵ ਨੂੰ ਇਸ ਗੱਲ ਦਾ ਹਰਖ ਸੀ ਕਿ ਉਸ ਨੂੰ ਮੰਗਵਾ ਕੇ ਘਰ 'ਚ ਬਿਠਾਲ ਕੇ ਮੀਤੀ ਦੇ ਟੱਬਰ ਨੇ ਉਸ ਦੀ ਬੇਇੱਜ਼ਤੀ ਕੀਤੀ ਹੈ। ਤੇ ਸਾਹਿਆਂ ਦੇ ਦਿਨਾਂ 'ਚ ਹੀ ਸਾੜਾ ਪੈ ਗਿਆ ਦੋਨਾਂ 'ਚ, ਮੀਤੀ ਤੇ ਜਸਦੇਵ 'ਚ। ਜਸਦੇਵ ਨੂੰ 1 ਮਹੀਨੇ ਅੰਦਰ ਕੰਮ ਮਿਲ ਗਿਆ। ਮਹੀਨਾ ਉਸਨੇ ਔਖਾ ਸੌਖਾ ਹੋ ਕੇ ਕੱਟਿਆ। ਮੀਤੀ ਕੋਲ ਪੈਸੇ ਲੈਣਾ ਉਸਨੂੰ ਗਵਾਰਾ ਨਾ ਹੋਇਆ। ਦਵਿੰਦਰ ਦੇ ਸ਼ਬਦ ਕਿ ਇੱਥੇ ਹਰ ਇੱਕ ਦੀ ਆਪਣੀ ਕਮਾਈ ਹੁੰਦੀ ਹੈ ਉਹਦੇ ਕੰਨਾਂ 'ਚ ਗੂੰਜਦੇ ਰਹਿੰਦੇ। ਕੰਮ ਉਹ ਕੋਈ ਵੀ ਕਰਨ ਨੂੰ ਤਿਆਰ ਸੀ। ਆਪਣੀ ਕਮਾਈ ਨਾਲ ਉਹ ਆਪਣੀ ਹੋਂਦ ਬਰਕਰਾਰ ਰੱਖ ਸਕਦਾ ਸੀ। ਘੱਟੋ ਘੱਟ ਦਵਿੰਦਰ ਉਸਨੂੰ ਇਹ ਨਹੀਂ ਸੀ ਆਖ ਸਕਦਾ ਕਿ ਤੂੰ ਮੀਤੀ ਦੀ ਕਮਾਈ ਤੇ ਪਲ ਰਿਹਾ। ਉਹਨਾਂ ਨੇ ਟੈਂਪਰੇਰੀ ਇੰਪਲਾਇਮੈਂਟ ਏਜੰਸੀ ਦੇ ਵਿੱਚ ਇੱਕ ਬੈਂਕ ਦੇ ਵਿੱਚ ਫਲਾਈਂਗ ਦਾ ਕੰਮ ਵਾਸਤੇ ਆਪਣੀ ਨਿਯੁਕਤੀ ਹਾਸਲ ਕਰ ਲਈ। ਜਸਦੇਵ ਸੋਚਦਾ ਭਾਵੇਂ ਫਲਾਈਂਗ ਦਾ ਕੰਮ ਹੈ ਪਰ ਆਖਰ ਹੈ ਤਾਂ ਬੈਂਕ ਵਿੱਚ। ਇੱਕ ਦੂਜੇ ਨੂੰ ਦੱਸਣ ਵੇਲੇ ਚੰਗਾ ਵੀ ਲੱਗਦਾ। ਹੋਰ ਡਿਊਟੀ ਨਾ ਦੱਸੋ, ਕਿਹੜਾ ਕੋਈ ਫਾਹੇ ਲਾ ਦੂ, ਆਖ ਦਿਓ ਕਿ ਬੈਂਕ 'ਚ ਕੰਮ ਕਰਦਾ ਤੇ ਇਸ ਕੰਮ ਨਾਲ ਮਾਣ ਇੱਜ਼ਤ ਵੀ ਬਣਿਆ ਰਹੂ। ਭਾਵੇਂ ਉਹ ਬੈਕ ਰੂਮ ਦੇ ਵਿੱਚ ਖਤਮ ਹੋ ਚੁੱਕੀਆਂ ਫਾਈਲਾਂ ਨੂੰ ਫਾਈਲ ਕਰਨ ਦੇ ਵਿੱਚ ਰੁੱਝਾ ਰਹਿੰਦਾ। ਫਾਈਲਿੰਗ ਦਾ ਕੰਮ ਸੀ, ਫਲਾਈਂਗ ਦਾ ਨਹੀਂ। ਬੈਂਕ ਵਿੱਚ ਫਾਈਲਿੰਗ ਕਰਦਿਆਂ ਉਸ ਦੀਆਂ ਬਾਹਾਂ ਥੱਕ ਜਾਂਦੀਆਂ। ਕਦੇ ਉਹ ਥੱਬਾ ਚੱਕਦਾ, ਕਦੇ ਉਹ ਪੋਟਲੀ ਚੱਕਦਾ। ਸਟੂਲ ਤੇ ਚੜ੍ਹ ਕੇ ਛੋਟੀ ਪੌੜੀ ਤੇ ਚੜ੍ਹਦਿਆਂ ਉਤਰਦਿਆਂ ਉਸ ਦੀਆਂ ਲੱਤਾਂ 'ਚ ਛੱਲੀਆਂ ਪੈ ਜਾਂਦੀਆਂ। ਬੋਲੀ ਦੀ ਸਮੱਸਿਆ ਉਸਨੂੰ ਆਉਂਦੀ। ਪੰਜਾਬੀ ਤਰਦ ਵਿੱਚ ਬੋਲੀ ਜਾਂਦੀ ਅੰਗਰੇਜ਼ੀ ਤੋਂ ਉਹਦੇ ਕੁਲੀਗ ਗੋਰੇ ਤੇ ਕਾਲੇ ਉਸਨੂੰ ਫਨੀ ਆਖ ਕੇ ਹੱਸਦੇ। ਉਹਨਾਂ ਦੇ ਹਾਸੇ ਦੀ ਟੁਣਕਾਰ ਜਸਦੇਵ ਦੇ ਮੱਥੇ ਵੱਜਦੀ। ਜਿਸਮ ਦੇ ਵਿੱਚ ਲਹਿਰ ਜੀ ਘੁੰਮ ਜਾਂਦੀ। ਕੱਚਾ ਜਿਹਾ ਹੋਇਆ ਉਹ ਆਪਣੀ ਫਾਈਲਾਂ ਦੀ ਟਰਾਲੀ ਲੈ ਕੇ ਚਲਾ ਜਾਂਦਾ। ਟਰਾਲੀ ਧੱਕਣ ਨਾਲ ਉਸਨੂੰ ਆਪਣਾ ਆਪ ਵੀ ਹੀਣਾ ਜਾਪਦਾ, ਪਰ ਆਪਣਾ ਵਜੂਦ ਉਸਨੂੰ ਇਹ ਮਹਿਸੂਸ ਹੁੰਦਾ ਕਿ ਜਿਵੇਂ ਇਸ ਦੇਸ਼ ਦੇ ਵਿੱਚ ਜਸਦੇਵ ਪਲ ਪਲ ਭੁਰ ਰਿਹਾ ਹੋਵੇ, ਘਿਰ ਰਿਹਾ ਹੋਵੇ। ਉਸਨੂੰ ਆਪਣੀ ਹਸਤੀ 0 ਤੋਂ ਵੀ 0 ਹੁੰਦੀ ਜਾਪਦੀ। ਫਿਰ ਵੀ ਉਸਨੇ ਸਖਤ ਮਿਹਨਤ ਕਰਨ ਲਈ ਮਨ ਬਣਾਇਆ ਹੋਇਆ ਸੀ। ਸਫਲ ਹੋਣ ਲਈ ਉਸਨੂੰ ਇਸ ਇਮਤਿਹਾਨ 'ਚੋਂ ਨਿਕਲਣਾ ਪੈਣਾ ਸੀ। ਇਹੋ ਨਹੀਂ, ਉਹਦੇ ਨਾਲ ਕੰਮ ਕਰਦੇ ਪੰਜਾਬੀ ਬੰਦੇ ਗੁਰਸੇਵਕ ਨੇ ਉਸਨੂੰ ਇੱਕ ਗੁਰ ਦਿੱਤਾ ਸੀ ਕਿ ਉਹ ਬੈਂਕ ਵਿੱਚ ਨਵਾਂ ਆਇਆ ਤਾਂ ਗੋਰੇ ਕਾਲੇ ਉਸਦੀ ਪੱਗ ਨੂੰ ਦੇਖ ਕੇ ਇਸ ਤਰ੍ਹਾਂ ਦੇ ਵਾਜੇ ਕੱਸਦੇ ਸਨ। ਕੋਈ ਕਹਿੰਦਾ ਮਹਾਰਾਜਾ ਆ ਗਿਆ, ਕੋਈ ਕਹਿੰਦਾ ਸਨੇਕ ਚਾਰਮਰ ਆ ਗਿਆ, ਕੋਈ ਕਹਿੰਦਾ ਤੇਰੇ ਜਾਦੂ ਦੀ ਛੜੀ ਤੇ ਫਲਾਈਂਗ ਕਾਰਪੈਟ ਕਿੱਥੇ ਹੈ ਜਾਣੀ। ਜਸਦੇਵ ਦੇ ਦਿਮਾਗ ਦੇ ਵਿੱਚ ਵੀ ਉਸਦੇ ਪਿਤਾ ਬਾਊ ਜੀ ਦੇ ਆਖੇ ਹੋਏ ਲਫ਼ਜ਼ ਗੂੰਜਦੇ ਕਿ ਤੇਰੇ ਘਰੋਂ ਕੈਨੇਡਾ ਜਾਣ ਨਾਲ ਘਰ ਦਾ ਦਲਿੱਦਰ ਨਿਕਲ ਜੂ। ਆਪਣੇ ਵੱਡੇ ਭਰਾ ਦੇ ਮਰਨ ਕਾਰਨ ਜਸਦੇਵ ਦੀਆਂ ਜ਼ਿੰਮੇਵਾਰੀਆਂ ਜ਼ਿਆਦਾ ਸਨ। 4 ਭੈਣਾਂ ਬੂਹੇ ਬੈਠੀਆਂ ਸਨ। ਛੋਟੇ ਭਰਾ ਦੀ ਪੜ੍ਹਾਈ, ਮਾਂ ਪਿਓ ਦੇ ਮਾੜੇ ਹਾਲਾਤ ਤੇ ਟੁੱਟੀ ਜਿਹੀ ਦੁਕਾਨ। ਜਸਦੇਵ ਕੰਮ ਕਰਦਾ ਘਰ ਆ ਜਾਂਦਾ ਤੇ ਕੰਮ ਤੇ ਉਸਦੀ ਦੋਸਤੀ ਗੁਰਸੇਵਕ ਨਾਲ ਪੈ ਗਈ। ਗੁਰਸੇਵਕ ਚੰਗੀ ਪੋਸਟ ਤੇ ਸੀ। ਇਕੱਠੇ ਲੰਚ ਕਰਦੇ, ਦੁੱਖ ਸੁੱਖ ਦੀ ਸਾਂਝ ਬਣਦੀ। ਜਸਦੇਵ ਨੂੰ ਗੁਰਸੇਵਕ ਤੋਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ, ਕਿਉਂਕਿ ਜਿਸ ਮਾਨਸਿਕ ਖਿੱਚੋਤਾਣ ਦੇ ਵਿੱਚ ਨਵਾਂ ਆਇਆ ਜਸਦੇਵ ਜੂਝ ਰਿਹਾ ਸੀ, ਉਸ ਦੇ ਵਿੱਚੋਂ ਗੁਰਸੇਵਕ ਪਹਿਲਾਂ ਨਿਕਲ ਚੁੱਕਾ ਸੀ। ਜਦੋਂ ਵੀ ਗੁਰਸੇਵਕ ਨੇ ਵੀ ਕਿੰਮੀ ਨੂੰ ਸੱਦਿਆ ਸੀ,
ਗੁਰਸੇਵਕ ਨੂੰ ਵੀ ਕਿੰਮੀ ਨੇ ਸੱਦਿਆ ਸੀ। ਗੁਰਸੇਵਕ ਦੀ ਵਾਈਫ ਦਾ ਨਾਂ ਕਿੰਮੀ ਸੀ। ਤੇ ਜਦੋਂ ਗੁਰਸੇਵਕ ਤੇ ਕਿੰਮੀ ਦੇ ਵਿਚਾਲੇ ਕੋਈ ਛੋਟੀ ਮੋਟੀ ਨੋਕ ਝੋਕ ਹੁੰਦੀ ਤਾਂ ਕਿੰਮੀ ਵੀ ਦੌੜ ਕੇ ਆਪਣੇ ਮਾਪਿਆਂ ਦੇ ਘਰ ਨੂੰ ਜਾਂਦੀ ਤੇ ਫਿਰ ਸਾਰਾ ਕਬੀਲਾ ਕਿੰਮੀ ਦਾ ਇਕੱਠਾ ਹੋ ਕੇ ਗੁਰਸੇਵਕ ਦੇ ਘਰ ਆ ਟਪਕਦਾ। ਗੁਰਸੇਵਕ ਨੂੰ ਪਤਾ ਨਾ ਲੱਗਦਾ ਉਹ ਕੀ ਕਰੇ ਤੇ ਕੀ ਨਾ ਕਰੇ। ਜਦੋਂ ਇਸ ਤਰ੍ਹਾਂ ਦਾ ਵਰਤਾਰਾ ਨਾ ਹਟਿਆ ਤੇ ਇੱਕ ਦਿਨ ਉਸਨੇ ਕਿੰਮੀ ਦੇ ਮਾਪਿਆਂ ਨੂੰ ਧਮਕੀ ਦਿੱਤੀ ਕਿ ਜੇਕਰ ਤੁਸੀਂ ਮੈਨੂੰ ਇਸ ਤਰ੍ਹਾਂ ਜਲੀਲ ਕਰਨਾ ਤਾਂ ਤੁਹਾਡੇ ਤੇ ਮੇਰੇ ਰਾਹ ਅੱਡ, ਮੈਂ ਵਾਪਸ ਪਰਤ ਜਾਵਾਂਗਾ ਜਾਂ ਇੱਥੇ ਹੀ ਅੱਡ ਹੋ ਜਾਣਾ, ਰੱਖ ਲਓ ਆਪਣੀ ਕਿੰਮੀ ਨੂੰ, ਮੈਂ ਨਹੀਂ ਇਸ ਤਰ੍ਹਾਂ ਰਹਿਣਾ। ਗੁਰਸੇਵਕ ਦੇ ਬੋਲਾਂ ਤੋਂ ਪਹਿਲਾਂ ਤਾਂ ਕਿੰਮੀ ਦੀ ਮਾਂ ਨੇ ਰੌਲਾ ਪਾਇਆ, ਪਰ ਜਦੋਂ ਖਤਰੇ ਦੀ ਘੰਟੀ ਵੱਜਦੀ ਜਾਪੀ ਤਾਂ ਉਹ ਡਰ ਗਏ। ਉਸ ਵੇਲੇ ਕਿੰਮੀ 5 ਮਹੀਨੇ ਦੀ ਪ੍ਰੈਗਨੈਂਟ ਸੀ। ਉਹਨਾਂ ਨੂੰ ਕਿੰਮੀ ਦੇ ਆਉਣ ਵਾਲੇ ਬੱਚੇ ਦੀ ਚਿੰਤਾ ਪੈਦਾ ਹੋ ਗਈ। ਕਿੰਮੀ ਵੀ ਸਿਆਣੀ ਨਿਕਲੀ। ਉਹ ਗੁਰਸੇਵਕ ਦੇ ਮਨ ਦੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗੀ। ਆਉਣ ਵਾਲੇ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਬਾਪ ਦਾ ਹੱਥ ਸਿਰ ਤੋਂ ਚੁੱਕਿਆ ਜਾਵੇ, ਤੌਬਾ ਤੌਬਾ, ਉਹ ਦਹਿਲ ਗਈ। ਉਸਨੇ ਇੱਕ ਦਿਨ ਆਪਣੀ ਮਾਂ ਨੂੰ ਤਰੀਕੇ ਨਾਲ ਆਖ ਦਿੱਤਾ, ਮੰਮੀ ਸੇਵਕ ਠੀਕ ਹੀ ਕਹਿੰਦਾ, ਅਸੀਂ ਨਵਿਆ ਜੋੜਾਂ, ਸਾਨੂੰ ਆਪਣੀ ਪ੍ਰਾਈਵੇਸੀ ਚਾਹੀਦੀ ਹੈ, ਤੁਸੀਂ ਵੇਲਾ ਕਵੇਲਾ ਨਹੀਂ ਜਦੋਂ ਵੇਖਦੇ ਹੋ ਸਾਡੇ ਘਰੇ ਆ ਧਮਕਦੇ ਹੋ। ਤੇ ਕਿੰਮੀ ਦੀ ਮਾਂ ਕਹਿੰਦੀ, ਜਾ ਦਫਾ ਹੋ ਜਾ, ਮੈਨੂੰ ਕੀ, ਜੋ ਜੀ ਆਉਂਦਾ ਕਰੋ, ਗਧੇ ਨੂੰ ਦਿੱਤਾ ਲੂਣ, ਗਧਾ ਕਹਿੰਦਾ ਮੇਰੇ ਕੰਨ ਪੱਟਦੇ ਆ, ਤੂੰ ਆਪ ਤਾਂ ਪ੍ਰੋਬਲਮ ਲੈ ਕੇ ਮੇਰੇ ਕੋਲ ਆਉਂਦੀ ਆ, ਹੁਣ ਤੂੰ ਆਪਣੇ ਪਤੀ ਪਰਮੇਸ਼ਰ ਦੀ ਹੋ ਕੇ ਬਹਿ ਗਈ। ਕਿੰਮੀ ਦੀ ਮਾਂ ਤਪਦੀ ਹੋਈ ਚਲੀ ਗਈ। ਤੇ ਤੂੰ ਵੀ ਹੁਣ ਦੱਸੀ ਮੈਨੂੰ ਆ ਕੇ ਕਦੇ ਕੁਝ, ਜਦੋਂ ਧੀ ਹੀ ਮੂੰਹ ਮੋੜ ਲਏ ਤਾਂ ਜਵਾਈ ਤੇ ਕਾਹਦਾ ਰੋਸਾ। ਆਖਰ ਕਿੰਮੀ ਦੀ ਮਾਂ ਆਪਣੇ ਆਪ ਨੂੰ ਸਰੈਂਡਰ ਹੁੰਦੀ ਮਹਿਸੂਸ ਹੋਈ। ਇਸ ਤਰ੍ਹਾਂ ਗੁਰਸੇਵਕ ਤੇ ਕਿੰਮੀ ਆਪਣੇ ਘਰ ਵਸਣ ਲੱਗੇ। ਕਦੀ ਕਦੀ ਨੋਕ ਝੋਕ ਹੋ ਜਾਂਦੀ ਤੇ ਕਿੰਮੀ ਮਾਂ ਕੋਲ ਸ਼ਿਕਾਇਤ ਲੈ ਕੇ ਨਾ ਜਾਂਦੀ। ਪਰ ਇੱਥੇ ਗੱਲ ਹੋਰ ਸੀ। ਅਵਲ ਤਾਂ ਜਸਦੇਵ ਕਦੇ ਦਵਿੰਦਰ ਦੇ ਘਰੇ ਹੀ ਨਾ ਜਾਂਦਾ। ਜੇਕਰ ਉਹ ਜਾਂਦਾ ਉਸ ਵੇਲੇ ਜਾਂਦਾ ਜਦੋਂ ਦਵਿੰਦਰ ਘਰ ਨਾ ਹੋਵੇ। ਉਸ ਦੇ ਸੱਸ ਅਤੇ ਸਹੁਰਾ ਦੀ ਆਖੀ ਗੱਲ ਉਹਨਾਂ ਨੂੰ ਚੁੱਭਦੀ, ਪਰ ਉਸ ਨੂੰ ਅੱਖੋਂ ਪਰੋਖੇ ਕਰ ਦਿੰਦਾ। ਆਖਰ ਉਹ ਸਿਆਣੇ ਨੇ, ਬਜ਼ੁਰਗ ਨੇ, ਮਾਤਾ ਜੀ ਦੀ ਆਦਤ ਦਾ ਉਹ ਭੇਦ ਪਹਿਲਾਂ ਹੀ ਪਾ ਚੁੱਕਿਆ ਸੀ। ਪਿਤਾ ਦੀ ਹਸਤੀ ਘਰ 'ਚ ਕਿੰਨੀ ਕੁ ਸੀ ਉਹ ਜਾਣਦਾ ਸੀ। ਪਿਤਾ ਜੀ ਤੋਂ ਬਿਨਾਂ, ਮਾਤਾ ਜੀ ਤੋਂ ਬਿਨਾਂ ਉਸ ਦਾ ਪਿਤਾ ਜੀ ਜਾਣੀ ਕਿ ਸਹੁਰਾ ਕੋਈ ਗੱਲ ਹੀ ਨਾ ਕਰ ਸਕਦਾ ਤੇ ਉਸ ਦੀ ਸੱਸ ਨੂੰ ਕਿਸੇ ਨਾ ਕਿਸੇ ਬਹਾਨੇ ਕੁਝ ਨਾ ਕੁਝ ਆਖਣ ਦੀ ਆਦਤ ਸੀ। ਸੋ ਜਸਦੇਵ ਉਹ ਬੜੀ ਹਲੀਮੀ ਨਾਲ ਇੱਕ ਦਿਨ ਆਖਣ ਲੱਗੇ, ਦੇਖੋ ਬੇਟਾ, ਮੇਰੀ ਧੀ ਨੂੰ ਕਈ ਵਾਰੇ ਹੋ ਗਏ ਕੰਮ ਕਰਦਿਆਂ ਇਸ ਵਿਚਾਰੀ ਨੇ ਤਾਂ ਕੋਈ ਫਨ ਵੀ ਨਹੀਂ ਕੀਤਾ। ਘਰੋਂ ਕੰਮ ਤੇ ਕੰਮ ਤੋਂ ਘਰ, ਇਹਦਾ ਰੂਟੀਨ ਰਿਹਾ। ਸਾਨੂੰ ਆਸ ਹੈ ਕਿ ਹੁਣ ਤੁਸੀਂ ਘਰ ਦਾ ਭਾਰ ਚੁੱਕ ਲਵੋਗੇ ਤੇ ਮੇਰੀ ਧੀ ਨੇ ਤਾਂ ਕਾਕਾ ਜੀ ਨਾ ਖਾਧਾ ਨਾ ਪਹਿਨਿਆ, ਤੁਸੀਂ ਇਸ ਦੀ ਖੁਸ਼ੀ ਦਾ ਖਿਆਲ ਰੱਖਣਾ। ਇਸ ਨੇ ਤਾਂ ਕੰਮ ਦੇ ਵਿੱਚ ਹੀ ਆਪਣੇ ਆਪ ਨੂੰ ਲਾਈ ਰੱਖਿਆ। ਜਸਦੇਵ ਸੋਚਣ ਲੱਗਾ, ਇਹ 'ਚ ਮੇਰਾ ਕੀ ਕਸੂਰ ਹੈ? ਜੇ ਮੀਤੀ ਨੇ ਕੰਮ ਕੀਤਾ, ਭਲਾ ਇਹਦੀ ਸਜ਼ਾ ਮੈਂ ਕਿਉਂ ਭੁਗਤਾਂ? ਪਰ ਉਹ ਕੁਝ ਨਾ ਆਖਦਾ, ਗੱਲ ਸੁਣਦਾ ਤੇ ਚੁੱਪ ਹੋ ਜਾਂਦਾ। ਤੇ ਕਾਕਾ ਜੀ ਤੁਸੀਂ ਵਿੱਚ ਭਿੱਜਦੇ ਹੀ ਨਹੀਂ ਸਾਡੇ, ਉਸ ਦੀ ਸੱਸ ਇੱਕ ਦਿਨ ਉਸ ਨੂੰ ਕਹਿਣ ਲੱਗੀ। ਜਸਦੇਵ ਨੇ ਮਾਤਾ ਜੀ ਵੱਲ ਵੇਖਿਆ ਤੇ ਬੋਲਿਆ, ਮਾਤਾ ਜੀ ਮੇਰੀ ਨੇਚਰ ਹੀ ਇਸ ਤਰ੍ਹਾਂ ਦੀ ਹੈ, ਮੈਂ ਬਹੁਤਾ ਨਹੀਂ ਬੋਲਦਾ। ਹੋਰ ਕੋਈ ਗੱਲ ਨਹੀਂ, ਕੰਮ ਦੀ ਚਿੰਤਾ ਦੇ ਵਿੱਚ ਹੈ, ਅੱਗੋਂ ਪੜ੍ਹਨ ਦੀ ਵੀ ਚਿੰਤਾ ਮੈਨੂੰ ਹੈ, ਹੋਰ ਕੋਈ ਇਸ ਤਰ੍ਹਾਂ ਦੀ ਭਿੱਜਣ ਵਾਲੀ ਗੱਲ ਨਹੀਂ ਹੈ। ਕੀ ਗੱਲ, ਕੰਮ ਠੀਕ ਨਹੀਂ ਚੱਲਦਾ? ਬੜਾ ਸੋਹਣਾ ਕੰਮ ਹੈ। ਇਹ ਕੀ ਆਖਿਆ ਪੜ੍ਹਨ ਲਈ? ਪਹਿਲਾਂ ਆਪਣਾ ਘਰ ਤੋਰ ਕਾਕਾ, ਪੜ੍ਹਾਈ ਦਾ ਫਿਰ ਸੋਚੀ। ਉਸ ਦੀ ਸੱਸ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਨਾਲ ਫੁੰਕਾਰਾ ਵੀ ਮਾਰਿਆ। ਮਾਤਾ ਜੀ ਇੰਨੀ ਕੁ ਜ਼ਿੰਮੇਵਾਰੀ ਦਾ ਮੈਨੂੰ ਅਹਿਸਾਸ ਹੈ ਕਿ ਘਰ ਕਿਵੇਂ ਚਲਾਉਣਾ, ਪਰ ਅੱਗੇ ਵਧਣ ਲਈ ਮੈਨੂੰ ਪੜ੍ਹਨਾ ਜ਼ਰੂਰੀ ਹੈ, ਜਸਦੇਵ ਨੇ ਠਰਮੇ ਨਾਲ ਆਪਣੀ ਸੱਸ ਨੂੰ ਆਖਿਆ। ਫਿਰ ਵੀ ਕਾਕਾ ਜੀ, ਇੱਕ ਬੈਡਰੂਮ ਦੇ ਘਰ 'ਚ ਕਿੰਨਾ ਚਿਰ ਰਹੋਗੇ? ਪੜ੍ਹਨ ਨਾਲੋਂ ਪਹਿਲਾਂ ਆਪਣਾ ਘਰ ਬਣਾਉਣ ਦੀ ਸੋਚੋ। ਪੜ੍ਹਨ ਲੱਗ ਪਏ ਤਾਂ ਮੀਤੀ ਦੀ ਕਮਾਈ ਤਾਂ ਤੇਰੀ ਪੜ੍ਹਾਈ ਤੇ ਲੱਗਦੀ ਰਹੂ। ਤੇ ਉਸ ਦੀ ਸੱਸ ਨੇ ਆਖਰ ਆਪਣੇ ਦਿਲ ਦੀ ਗਾਖ ਸੁਣਾਈ। ਕੋਈ ਗੱਲ ਨਹੀਂ ਮਾਤਾ ਜੀ, ਜਦੋਂ ਵਿਆਹ ਕਰਾਇਆ ਅਸੀਂ ਦੋਏ ਹੀ ਆ, ਜਦੋਂ ਬੱਚਾ ਹੋਊ ਤੇ ਬੈਡਰੂਮ ਹੋਰ ਲੈ ਲਾਂਗੇ। ਇੱਕ ਦੂਜੇ ਦੀਆਂ ਤੰਗੀਆਂ ਤਰੱਸ਼ੀਆਂ ਝੱਲਣੀਆਂ ਪੈਂਦੀਆਂ ਨੇ, ਪਰ ਤੁਹਾਡੀ ਜਾਣਕਾਰੀ ਲਈ ਮੈਂ ਇਹ ਵੀ ਦੱਸਦਾ ਕਿ ਮੈਂ ਮੀਤੀ ਨੂੰ ਕਿਸੇ ਗੱਲੋਂ ਤੰਗ ਨਹੀਂ ਕਰਦਾ, ਨਾ ਉਸ ਨੂੰ ਇਹ ਗੱਲ ਮਹਿਸੂਸ ਹੁੰਦੀ ਹੈ। ਤੁਸੀਂ ਕਿਉਂ ਸੋਚਦੇ ਹੋ? ਜਸਦੇਵ ਨੇ ਜਿਸ ਤਰ੍ਹਾਂ ਦੀ ਬੋਲੀ ਦੇ ਵਿੱਚ ਸੁਣਿਆ ਸੀ ਉਸੇ ਤਰ੍ਹਾਂ ਦੀ ਬੋਲੀ ਦੇ ਵਿੱਚ ਆਪਣੀ ਸੱਸ ਨੂੰ ਜਵਾਬ ਦੇ ਦਿੱਤਾ। ਇਹ ਪਹਿਲਾ ਜਵਾਬ ਸੀ ਜਿਸ ਨੂੰ ਸੁਣਦਿਆਂ ਉਸ ਦੀ ਸੱਸ ਦੀਆਂ ਭਵਾਂ ਤਣ ਗਈਆਂ। ਸੱਪ ਦੀ ਜ਼ਹਿਰ ਵਾਂਗ ਉਸ ਦੀ ਸੱਸ ਵਿਸ ਘੋਲਣ ਲੱਗੀ। ਚਿਹਰੇ ਤੇ ਦੋ ਉਤਰਦੀਆਂ ਦੋ ਚੜ੍ਹਦੀਆਂ, ਨੀਵੀਂ ਪਾ ਕੇ ਬੈਠੇ ਵਿਚਾਲੇ ਅੱਖ ਚੁੱਕ ਕੇ ਉਹ ਜਸਦੇਵ ਵੱਲ ਵੇਖ ਲੈਂਦੇ। ਮੂੰਹ ਜਿਵੇਂ ਉਸ ਦਾ ਭੱਖ ਗਿਆ। ਬਹੁਤ ਕੁਝ ਕਹਿਣਾ ਚਾਹੁੰਦੇ ਹੋਏ ਵੀ ਉਹ ਚੁੱਪ ਬੈਠੇ ਰਹੇ। ਦਿਮਾਗ ਵਿੱਚ ਮੀਤੀ ਦੀ ਆਖੀ ਗੱਲ ਘੁੰਮਣ ਲੱਗ ਪਈ। ਮਾਤਾ ਜੀ, ਤੁਸੀਂ ਪਹਿਲਾਂ ਗੱਲ ਕਰਦੇ ਹੋ ਤੇ ਸੋਚਦੇ ਬਾਅਦ ਚੋਂ।
ਮਾਤਾ ਜੀ ਨੂੰ ਚਿੰਤਾ ਸੀ ਕਿ ਹੁਣ ਮੀਤੀ ਦੀ ਕਮਾਈ ਤੇ ਜਸਦੇਵ ਪੜ੍ਹਾਈ ਸ਼ੁਰੂ ਕਰੇਗਾ, ਮੀਤੀ ਦੀ ਕਮਾਈ ਤੇ ਭੈਣਾਂ ਭਰਾਵਾਂ ਦਾ ਵਿਆਹ ਕਰੇਗਾ, ਮੀਤੀ ਦੀ ਕਮਾਈ ਤੇ ਆਪਣੇ ਮਾਂ-ਪਿਓ ਦੀ ਦੇਖਭਾਲ ਹੋਵੇਗੀ। ਉਸ ਵੇਲੇ ਉਹਨਾਂ ਦੇ ਦਿਲੋਂ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਸੀ ਆ ਰਹੀ ਕਿ ਜਸਦੇਵ ਅਗਰ ਪੜ੍ਹ ਗਿਆ ਤਾਂ ਵਧੀਆ ਕਮਾਈ ਕਰੇਗਾ, ਚੰਗੀ ਜੌਬ ਮਿਲੇਗੀ ਤੇ ਉਹਨਾਂ ਦੀ ਧੀ ਵੀ ਰਾਜ ਕਰੇਗੀ। ਇਹਨਾਂ ਸੋਚਾਂ ਦੀਆਂ ਤੰਦੋ ਤਾਣੀਆਂ ਦੇ ਵਿੱਚ ਉਹ ਦੋਨੇ ਉਸਦੇ ਸੱਸ ਸਹੁਰਾ ਉੱਠੇ ਤੇ ਕਮਰੇ 'ਚ ਨੂੰ ਚਲੇ ਗਏ ਆਪਣੇ। ਜਦੋਂ ਮੀਤੀ ਅੰਦਰ ਆਈ ਤੇ ਉਸਨੇ ਪੁੱਛਿਆ, ਮਾਤਾ ਜੀ ਕੀ ਗੱਲ ਹੋ ਗਈ? ਪਤਾ ਨਹੀਂ, ਚੰਗੇ ਭਲੇ ਗੱਲਾਂ ਕਰਦੇ ਸੀ, ਉੱਠ ਕੇ ਚਲੇ ਗਏ, ਠੀਕ ਹੋਣਗੇ, ਜਸਦੇਵ ਨੇ ਕਹਿ ਕੇ ਮੀਤੀ ਨੂੰ ਟਾਲ ਦਿੱਤਾ। ਫਿਰ ਵੀ ਕੋਈ ਗੱਲ ਤਾਂ ਹੋਈ ਹੋਊ। ਮੀਤੀ ਨੇ ਫਿਕਰ 'ਚ ਪੈ ਕੇ ਫਿਰ ਜਸਦੇਵ ਨੂੰ ਪੁੱਛਿਆ, ਕੁਝ ਨਹੀਂ ਹੋਇਆ, ਫਿਕਰ ਮਤ ਕਰੋ, ਚਲੋ ਘਰ ਨੂੰ ਚੱਲਦੇ ਹਾਂ, ਮੈਂ ਵੀ ਕੁਝ ਕੰਮ ਕਰਨੇ ਆ। ਜਸਦੇਵ ਨੇ ਮੀਤੀ ਨੂੰ ਉੱਥੋਂ ਨਿਕਲਣ ਦੀ ਗੱਲ ਆਖੀ। ਮੀਤੀ ਨੇ ਉੱਚੀ ਮਾਂ ਨੂੰ ਆਵਾਜ਼ ਮਾਰੀ, ਬਾਏ ਮੌਮ, ਅਸੀਂ ਚੱਲੇ ਹਾਂ, ਮੈਂ ਫਿਰ ਫੋਨ ਕਰੂੰਗੀ। ਬਾਹਰ ਨਿਕਲਦਿਆਂ ਮੂੰਹ ਦਾ ਜ਼ੋਰ ਸੀ ਤੇ ਮੀਤੀ ਕਹਿਣ ਲੱਗੀ, ਜਰਾ ਠਹਿਰ ਜਾਈਏ, ਮੀਂਹ ਦਾ ਜ਼ੋਰ ਸੀ, ਮੀਂਹ ਹਟ ਲਵੇ। ਨਹੀਂ ਬਹੁਤ ਕੰਮ ਨੇ, ਗਰਮੀਆਂ ਦੀ ਰੁੱਤ ਆ, ਕਿਹੜਾ ਠੰਡ ਹੈ, ਜਸਦੇਵ ਨੇ ਉਸਨੂੰ ਉੱਥੋਂ ਨਿਕਲਣ ਲਈ ਆਖਿਆ। ਮੀਤੀ ਨੂੰ ਆਪਣੀ ਮਾਤਾ ਜੀ ਦੀ ਚਿੰਤਾ ਤਾਂ ਹੋਈ, ਪਰ ਬਹੁਤ ਡੂੰਘੀ ਉਸਨੇ ਪਾਣੀ 'ਚ ਮਧਾਣੀ ਨਾ ਫੇਰੀ। ਮਨ ਦੀਆਂ ਤਹਿਾਂ ਤੋਂ ਉਸਨੇ ਗਰਦਾ ਜਿਹਾ ਝਾੜ ਦਿੱਤਾ ਤੇ ਉਹ ਮੀਂਹ ਦੇ ਵਿੱਚ ਭਿੱਜਦੀ ਹੋਈ ਜਸਦੇਵ ਨਾਲ ਤੁਰ ਪਈ। ਇੱਕ ਦਿਨ ਮਾਤਾ ਜੀ ਨੇ ਮੀਤੀ ਨੂੰ ਆਖਿਆ, ਕੁੜੀਏ, ਮੈਂ ਤੈਨੂੰ ਇਸ ਮੁੰਡੇ ਦੀ ਨੌਕਰੀ ਕਰਨ ਲਈ ਨਹੀਂ ਵਿਆਹਿਆ। ਕੀ ਹੋਇਆ ਮਾਤਾ ਜੀ? ਮੀਤੀ ਨੇ ਆਪਣੀ ਮਾਂ ਨੂੰ ਪੁੱਛਿਆ। ਆਖਰ ਕੁਝ ਸਮਾਂ ਉਸ ਵਿਚਾਰੇ ਨੂੰ ਸੈਟਲ ਤਾਂ ਹੋਣ ਦਿਓ, ਮੈਂ ਆਪੇ ਸੂਤ ਕਰ ਲਵਾਂਗੀ। ਮੈਂ ਵੀ ਤਾਂ ਜਾਣਦੀ ਹਾਂ ਆਪਣਾ ਬੁਰਾ ਭਲਾ, ਤੁਸੀਂ ਕਿਉਂ ਵਿੱਚ ਇੰਟਰਫੇਅਰ ਕਰਦੇ ਹੋ? ਕੁੜੀਏ, ਇਹ ਨਾ ਹੋਵੇ ਤੂੰ ਕਮਾਈ ਜਾਵੇਂ ਤੇ ਉਹ ਆਪਣੇ ਘਰਦਿਆਂ ਨੂੰ ਪਾਲੀ ਜਾਵੇ। ਦੇਖੀ ਹੁਣ ਪਿੱਛੇ ਨੂੰ ਕਿੰਨੇ ਚੱਕ ਜਾਂਦੇ ਆ ਤੇਰੇ ਪੈਸਿਆਂ ਦੇ, ਤੁਰਿਆ ਰਹੂ ਕੋਈ ਨਾ ਕੋਈ ਦਿਨ ਸੁੱਧ। ਮਾਤਾ ਜੀ ਨੇ ਸ਼ੱਕ ਜਿਹਾ ਮੀਤੀ ਦੇ ਮਨ 'ਚ ਵੀ ਬੀਜ ਦਿੱਤਾ ਕਿ ਸ਼ਾਇਦ ਜਸਦੇਵ ਆਪਣੇ ਪਿੰਡ ਪੈਸੇ ਭੇਜਦਾ। ਮੀਤੀ ਨੇ ਜਿਹੜੇ ਉਹਨੂੰ 2 ਚੈੱਕ ਪਿਛਲੇ ਦਿਨ ਹੀ ਦਿੱਤੇ ਸੀ, ਉਹ ਉਸਨੇ ਬਾਊ ਜੀ ਨੂੰ ਭੇਜੇ ਸੀ, ਉਹ ਵੀ ਉਸਨੂੰ ਚੁੱਭਣ ਲੱਗੇ। ਇਸ ਹਾਦਸੇ ਤੋਂ ਬਾਅਦ ਜਿਹੜੀ ਸੱਸ ਨੇ ਚੁਆਤੀ ਲਾਤੀ, ਜੋ ਅਕਸਰ ਹੁੰਦਾ। ਇਸ ਹਾਦਸੇ ਤੋਂ ਬਾਅਦ ਮੀਤੀ ਜਿਵੇਂ ਹਰ ਲਫ਼ਜ਼ ਦੀ ਚੀਰ ਫਾੜ ਕਰਨ ਲੱਗੀ। ਉਹ ਆਪਣੇ ਸਹੁਰਿਆਂ ਤੋਂ ਆਈ ਹਰ ਚਿੱਠੀ ਨੂੰ ਉਸਦਾ ਅੱਖਰ ਅੱਖਰ ਘੋਖਣ ਲੱਗੀ। ਗੱਲ ਤੇ ਉਹ ਜਸਦੇਵ ਨੂੰ ਸਵਾਲ ਪੁੱਛਦੀ, ਰੋਕਦੀ ਟੋਕਦੀ, ਉਸਦਾ ਪੈਸਾ ਪਰਸ ਚੈੱਕ ਵੀ ਕਰਦੀ। ਹਿਸਾਬ ਕਿਤਾਬ ਵੀ ਆਪ ਰੱਖਣ ਲੱਗ ਪਈ, ਪੈਨੀ ਦਾ ਹਿਸਾਬ ਲਿਖਣ ਲੱਗ ਪਈ। ਮੀਤੀ ਦੀ ਤਿਰਛੀ ਨਜ਼ਰ ਜਸਦੇਵ ਦੇ ਵਿੱਚ ਨਿੱਕੇ ਨਿੱਕੇ ਨੁਕਸ ਭਾਲਣ ਲੱਗੀ। ਜਸਦੇਵ ਦਾ ਖਾਣ ਪੀਣ, ਉੱਠਣ ਬਹਿਣ, ਪਹਿਨਣ ਪਰਚਣ ਤੇ ਵੀ ਉਹ ਕਿੰਤੂ ਕਰਨ ਲੱਗੀ। ਜਸਦੇਵ ਕੰਮ ਦੇ ਨਾਲ ਨਾਲ ਪੜ੍ਹਨ ਵੀ ਲੱਗਾ। ਉਸਨੇ ਆਪਣੀ ਸਿਵਲ ਇੰਜੀਨੀਅਰ ਦੀ ਪੜ੍ਹਾਈ ਨੂੰ ਨੇਪਰੇ ਚਾੜ੍ਹਨ ਦਾ ਸੋਚਿਆ। ਉਸਦੇ ਬਾਊ ਜੀ ਦਾ ਸੁਪਨਾ ਸੀ ਕਿ ਉਹ ਸਿਵਲ ਇੰਜੀਨੀਅਰ ਬਣੇ। ਪੜ੍ਹ ਕੇ ਉਸਨੇ ਘਰ ਦੇ ਹਾਲਾਤ ਸੁਧਾਰਨੇ ਨੇ। ਬੈਂਕ ਦੀ ਫਾਈਲਿੰਗ ਕਰਨ ਦੀ ਘੱਟ ਤਨਖਾਹ ਨਾਲ ਉਹ ਕਿਵੇਂ ਦਿਨ ਕੱਟੀ ਕਰੂ, ਕਿਵੇਂ ਜ਼ਿੰਦਗੀ ਕੱਢੂ, ਉਸ ਤੇ ਸਟੈਂਡਰਡ ਦੀ ਵੀ ਨਹੀਂ ਸੀ ਜੌਬ ਫਾਈਲਿੰਗ ਦੀ। ਸ਼ੱਕ ਦੇ ਬੀਜ ਮੀਤੀ ਦੇ ਮਨ 'ਚ ਜੋ ਸੱਸ ਨੇ ਬੀਜ ਦਿੱਤੇ ਉਸਦੀ ਮਾਂ ਨੇ, ਉਹ ਹੌਲੀ ਹੌਲੀ ਦਰਖਤ ਬਣ ਲੱਗੇ। ਇਸ ਸ਼ੱਕ ਨੇ ਦੋਹਾਂ ਦੇ ਵਿਚਾਲੇ ਇੱਕ ਪੱਕੀ ਕੰਧ ਉਸਾਰ ਦਿੱਤੀ। ਕਦੇ ਨੇੜਤਾ ਵੱਧ ਜਾਂਦੀ, ਪਰ ਮਾਤਾ ਜੀ ਦਾ ਫਿਰ ਉਂਗਲਬਾਜੀ ਦਾ ਸਿਲਸਿਲਾ ਸ਼ੁਰੂ। ਰੀਂਗਦੇ ਹੋਏ ਸਵਾਲ ਮੀਤੀ ਦੇ ਦਿਮਾਗ ਦੀਆਂ ਨਾੜਾਂ ਵਿੱਚ ਖੁਆਰੂ ਪਾਉਂਦੇ। ਮੀਤੀ ਕਦੇ ਮੌਕਾ ਨਾ ਖੁੰਝਣ ਦਿੰਦੀ ਤੇ ਜਸਦੇਵ ਨੂੰ ਸਵਾਲਾਂ ਦੀ ਬਾਛੜ ਦੇ ਵਿੱਚ ਘੇਰਨ ਲੱਗਦੀ। ਉਹ ਉਸ ਦੀ ਹਸਤੀ ਨੂੰ ਵਾਰ-ਵਾਰ ਮਿਟਾਉਂਦੀ, ਉਸ ਦਾ ਅੱਗਾ ਪਿੱਛਾ ਨੌਲਦੀ, ਉਸ ਦੀ ਗਰੀਬੀ ਦਾ ਮਜ਼ਾਕ ਉਡਾਉਂਦੀ ਤੇ ਉਸ ਨੂੰ ਕੈਨੇਡਾ ਸੱਦਣ ਦੇ ਮਿਹਣੇ ਮਾਰਨ ਲੱਗੀ। ਇਸ ਮੁਲਕ ਦੇ ਵਿੱਚ ਖਾਣਾ ਕਿਸ ਤਰ੍ਹਾਂ ਖਾਈਦਾ, ਬਾਹਰ ਗੋਰਿਆਂ ਦੀ ਸੁਸਾਇਟੀ 'ਚ ਕਿਵੇਂ ਵਿਚਰੀਦਾ, ਡਰਿੰਕ ਲੈ ਕੇ ਪੀਣਾ ਹੋਵੇ ਤਾਂ ਸਿਰਫ ਸਿਪ ਪੀਣਾ ਚਾਹੀਦਾ, ਕਾਂਡੇ ਛੁਰੀਆਂ ਨਾਲ ਕਿਵੇਂ ਖਾਣਾ ਚਾਹੀਦਾ, ਜਾਣੀ ਵੈਸਟਰਨ ਕਲਚਰ ਦੀ ਉਹ ਆਪਣੇ ਆਪ ਨੂੰ ਬ੍ਰਾਂਡ ਐਂਬੈਸਡਰ ਸਮਝਣ ਲੱਗੀ। ਗੱਲ ਕੀ ਨਿੱਕੀ ਨਿੱਕੀ ਗੱਲ ਤੋਂ ਜਸਦੇਵ ਨਾਲ ਟੋਕਾ ਟਾਕੀ ਕਰਦੀ। ਉਹ ਇੱਥੋਂ ਤੱਕ ਦੱਸਦੀ ਕਿ ਅੱਜ ਦੀ ਔਰਤ ਵੀ ਨਵੀਂ ਸੁਸਾਇਟੀ ਦੇ ਵਿੱਚ ਵਾਈਨ ਦਾ ਗਲਾਸ ਲੈਂਦੀ ਹੈ। ਮੈਂ ਤਾਂ ਹਰ ਰੋਜ਼ ਖਾਣੇ ਦੇ ਨਾਲ ਇੱਕ ਗਲਾਸ ਵਾਈਨ ਲੈਣਾ ਪਸੰਦ ਕਰਦੀ ਹਾਂ। ਕੋਈ ਇਤਰਾਜ਼ ਤਾਂ ਨਹੀਂ ਤੈਨੂੰ? ਜਦੋਂ ਬਾਹਰ ਜਾਣਾ ਹੋਵੇ ਤਾਂ ਆਦਮੀ ਆਪਣੀ ਬਾਂਹ ਦੀ ਤੀਰ ਕਮਾਨ ਨੋਕ ਬਣਾ ਕੇ ਔਰਤ ਨੂੰ ਪੇਸ਼ ਕਰੇ। ਇਸ ਦਾ ਭਾਵ ਹੈ ਕਿ ਉਹ ਔਰਤ ਨਾਲ ਤੁਰਨ ਲਈ ਉਸਨੂੰ ਮਦਦ ਕਰ ਰਿਹਾ। ਕੀ ਗੱਲ, ਅੱਜ ਦੀ ਔਰਤ ਨੂੰ ਤੁਰਨ 'ਚ ਕੋਈ ਤਕਲੀਫ ਹੈ? ਹਾਂ ਬਈ, ਜਦੋਂ ਵਾਈਨ ਪੀਣੀ ਹੋਈ ਬਾਂਹ ਫੜਨ ਦੀ ਤਾਂ ਲੋੜ ਪੈਣੀ ਹੈ। ਜਸਦੇਵ ਵੀ ਹੱਸ ਕੇ ਕਟਾਕਸ਼ ਕਰਦਾ। ਵੈਸੇ ਮੈਨੂੰ ਕੋਈ ਇਤਰਾਜ਼ ਨਹੀਂ, ਤੂੰ ਹੋਸ਼ ਵਿੱਚ ਰਹਿ ਕੇ ਜੋ ਮਰਜ਼ੀ ਕਰ। ਉਸਨੇ ਮੀਤੀ ਨੂੰ ਖੁੱਲ੍ਹ ਦੇ ਦਿੱਤੀ। ਜਸਦੇਵ ਦੇ ਟਿਕਾ ਕੇ ਗੱਲ ਕਰਨ ਦੇ ਲਹਿਜੇ ਤੇ ਮੀਤੀ ਸੜ ਵਲ ਜਾਂਦੀ। ਕੋਈ ਅਕਲ ਦੀ ਗੱਲ ਤੁਸੀਂ ਨਹੀਂ ਜਾਣਦੇ।
ਇਹ ਕਿਹੜੀਆਂ ਗੱਲਾਂ ਨੇ ਮਿੱਤੀ, ਭਲਾ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਕੀ ਫਰਕ ਪੈਂਦਾ? ਉਹ ਫਿਰ ਮਿੱਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਮਿੱਤੀ, ਜ਼ਿੰਦਗੀ ਜਿਉਣ ਲਈ ਹੋਰ ਬੜੇ ਫਿਕਰ ਬਥੇਰੇ ਨੇ। ਕੀ ਕਰੋ ਕੀ ਨਾ ਕਰੋ ਵਾਲੀ ਚਿੰਤਾ ਤੋਂ ਮੁਕਤ ਹੋ ਜਾ। ਬੰਦੇ ਤੋਂ ਘਰ ਚਲਾਉਣ, ਟੱਬਰ ਦੇ ਖਰਚੇ, ਪਹਿਲਾਂ ਇਹਨਾਂ ਬਾਰੇ ਧਿਆਨ ਦੇਣਾ ਜ਼ਰੂਰੀ ਹੈ। ਜ਼ਰੂਰੀ ਨਹੀਂ ਕਿ ਵਾਈਨ ਪੀਣ ਨਾਲ ਹੀ ਤੁਸੀਂ ਵੈਸਟਰਨ ਹੋ ਜਾਂਦੇ ਹੋ। ਜ਼ਿੰਦਗੀ ਦੇ ਵਿੱਚ ਕੁਝ ਪੜ੍ਹਨਾ, ਲਿਖਣਾ, ਅੱਛੇ ਅਹੁਦਿਆਂ 'ਤੇ ਪੁੱਜਣਾ ਵੀ ਵੈਸਟਰਨ ਕਲਚਰ ਦੀ ਹੀ ਦੇਣ ਹੈ। ਖੈਰ ਜਸਦੇਵ, ਮੇਰੇ ਜੀਣ ਦੇ ਕੁਝ ਅਸੂਲ ਨੇ। ਉੱਠਣਾ, ਬਹਿਣਾ, ਖਾਣਾ ਪੀਣਾ, ਰਹਿਣਾ, ਸਭ ਉਹਨਾਂ ਅਸੂਲਾਂ ਦੇ ਅੰਦਰ ਨੂੰ ਚੱਲਣਾ ਪਏਗਾ। ਇਨ ਆਰਡਰ ਟੂ ਬੀ ਐਨ ਆਈਡੀਅਲ ਕਪਲ ਯੂ ਹੈਵ ਟੂ ਲਰਨ ਆਲ ਦੈਟ। ਇਹ ਤੁਹਾਨੂੰ ਸਿੱਖਣਾ ਪੈਣਾ। ਮਿੱਤੀ ਦਾ ਹੁਕਮ ਸੀ ਇਹ। ਤੇਰਾ ਮਤਲਬ ਹੈ ਕਿ ਪੜ੍ਹਾਈ ਤੋਂ ਪਹਿਲਾਂ ਤੇਰੇ ਇਹ ਅਸੂਲ ਹਨ, ਜਾਣੀ ਕਿ ਤੇਰੇ ਨਾਲ ਰਹਿਣ ਵਾਸਤੇ ਮੈਨੂੰ ਬਾਂਦਰ ਵਾਂਗ ਟੱਪਣ ਦੀ ਲੋੜ ਹੈ? ਜਸਦੇਵ ਨੇ ਵੀ ਔਖਾ ਜਿਹਾ ਹੋ ਕੇ ਉਸਨੂੰ ਆਖ ਦਿੱਤਾ। ਮੈਂ ਕਦੋਂ ਕਿਹਾ? ਤੁਸੀਂ ਹਰ ਗੱਲ ਨੂੰ ਪੁੱਠੀ ਕਿਉਂ ਲੈਂਦੇ ਹੋ? ਤੁਸੀਂ 4 ਜਮਾਤਾਂ ਮੈਥੋਂ ਵੱਧ ਕੀ ਪੜ੍ਹ ਲਈਆਂ, ਤੁਸੀਂ ਜ਼ਿਆਦਾ ਅਕਲ ਖੰਡਾਉਂਦੇ ਹੋ। ਜੋ ਮਨ 'ਚ ਹੋਵੇ ਕਹਿ ਦੇਣਾ ਚਾਹੀਦਾ, ਸੜਨ ਦਾ ਕੋਈ ਕੰਮ ਨਹੀਂ, ਜਸਦੇਵ ਨੇ ਆਖਿਆ। ਕਹਿਣਾ ਕੀ ਹੈ? ਮਿੱਤੀ ਨੇ ਫਿਰ ਬਹਿਸ ਕੀਤੀ। ਤੁਸੀਂ ਉਸ ਵੇਲੇ ਤੁਸੀਂ ਬੜੇ ਬੀਬੇ ਬਣੇ ਬੈਠੇ ਸੀ, ਜਦੋਂ ਮੇਰੇ ਭਰਾ ਨੇ ਆਖਿਆ ਸੀ ਕਿ ਜੇ ਤੁਹਾਨੂੰ ਵਾਪਸ ਮੁੜਦੀ ਖਰਚੇ, ਤੇ ਉਦੋਂ ਤਾਂ ਤੁਹਾਨੂੰ ਕੈਨੇਡਾ ਰਹਿਣ ਦਾ ਲਾਲਚ ਸੀ। ਆਪਣੇ ਭੈਣਾਂ ਭਰਾਵਾਂ ਨੂੰ, ਆਪਣੇ ਮਾਂ ਪਿਓ ਨੂੰ ਕੈਨੇਡਾ ਮੰਗਾਉਣ ਦਾ ਤਰਲਾ ਸੀ, ਤੇ ਹੁਣ ਮੈਨੂੰ ਅੱਖਾਂ ਦਿਖਾਉਂਦੇ ਹੋ। ਮਿੱਤੀ ਨੇ ਅਜਿਹੀ ਗੱਲ ਕੱਢ ਮਾਰੀ ਜੋ ਜਸਦੇਵ ਦੇ ਸੀਨੇ ਤੇ ਸੱਪ ਵਾਂਗੂ ਲਿਟੀ। ਖੈਰ ਲਾਲਚ ਤਾਂ ਹਰ ਬੰਦੇ ਵਿੱਚ ਹੁੰਦਾ, ਮੇਰੇ ਵਿੱਚ ਵੀ ਸੀ। ਹਰ ਕੋਈ ਚਾਹੁੰਦਾ ਕਿ ਆਪਣੀ ਜ਼ਿੰਦਗੀ 'ਚ ਉਹ ਬਿਹਤਰ ਬਣੇ, ਆਪਣੇ ਪਰਿਵਾਰ ਲਈ ਕੁਝ ਕਰੇ। ਮੇਰੇ ਵਿੱਚ ਵੀ ਇਹ ਕਮਜ਼ੋਰੀ ਸੀ। ਰਹੀ ਗੱਲ ਤੇਰੇ ਭਰਾ ਦੀ, ਜੇ ਤੇਰੇ ਭਰਾ ਦਾ ਨਾ ਆ ਹੀ ਗਿਆ ਤੇ ਚਲੋ ਉਸ ਦੀ ਗੱਲ ਕਰੀਏ। ਮੈਨੂੰ ਇੱਥੇ ਮੰਗਵਾ ਕੇ ਕੀ ਲਿਆ? ਤੁਸੀਂ ਸੋਚਦੇ ਹੋ ਤੁਸੀਂ ਮੈਨੂੰ ਖਰੀਦ ਲਿਆ? ਜਸਦੇਵ ਥੋੜਾ ਗੁੱਸੇ 'ਚ ਬੋਲਿਆ। ਕੀ ਪਤਾ ਤੁਹਾਡਾ ਕੀ ਹਾਲ ਸੀ। ਕੈਨੇਡਾ ਆਉਣ ਤੋਂ ਪਹਿਲਾਂ ਸ਼ੁਕਰ ਕਰੋ ਉਸ ਗੋਰੀ ਡੈਬੀ ਨੇ ਜਿਸ ਨੇ ਤੁਹਾਡੇ ਭਰਾ ਨੂੰ ਪੱਕਾ ਕਰਾਇਆ। ਤੇ ਡੈਬੀ ਨਾਲ ਤੁਸੀਂ ਕੀ ਵਿਵਹਾਰ ਕੀਤਾ? ਉਸ ਵਿਚਾਰੀ ਨੂੰ ਤੁਹਾਡੇ ਕੋਲੋਂ ਕੀ ਮਿਲਿਆ? ਤੁਸੀਂ ਤਾਂ ਉਸ ਨੂੰ ਵਿਆਹ ਕੇ ਆਪਣੇ ਦੋਸਤਾਂ ਅੱਗੇ ਵੀ ਪੇਸ਼ ਕੀਤਾ। ਤੇ ਤੁਸੀਂ ਆਪਣੇ ਆਪ ਨੂੰ ਅਗਾਂਹ ਵਾਧੂ ਕੈਨੇਡੀਅਨ ਸਮਝਣ ਵਾਲੇ ਕਦੇ ਜਾਣਨ ਦੀ ਕੋਸ਼ਿਸ਼ ਕਰਦੇ ਹੋ ਕਿ ਪੜ੍ਹੇ ਲਿਖੇ ਇਨਸਾਨ ਦਾ ਮਿਆਰ ਕੀ ਹੁੰਦਾ ਹੈ? ਗੋਰਿਆਂ ਵਾਂਗ ਖਾਣਾ ਸਿੱਖ ਲਿਆ ਤਾਂ ਕੀ ਮੱਲ ਮਾਰ ਲਈ? ਜਸਦੇਵ ਤਾਂ ਪਰਖੱਚੇ ਉਡਾਉਣ ਲੱਗਿਆ। ਮਿੱਤੀ ਨੂੰ ਜਦੋਂ ਡੈਬੀ ਦਾ ਕਿੱਸਾ ਉਸਨੇ ਸੁਣਾਇਆ ਤਾਂ ਮਿੱਤੀ ਦੇ ਪੈਰਾਂ ਥੱਲੋਂ ਵੀ ਜ਼ਮੀਨ ਨਿਕਲ ਗਈ ਕਿ ਉਸਦੇ ਭਰਾ ਨੇ ਉਸਦੀ ਗੋਰੀ ਪਤਨੀ ਨਾਲ ਕੀ ਕੁਛ ਕੀਤਾ। ਤੇ ਹੁਣ ਉਸ ਡੈਬੀ ਦਾ ਕੀ ਹਾਲ ਹੈ ਜੋ ਸ਼ਰਾਬਣ ਹੋਈ ਘੁੰਮਦੀ ਰਹਿੰਦੀ ਹੈ ਤਾਂ ਉਹਨਾਂ ਦੇ ਪਰਿਵਾਰ ਦਾ ਜੀ ਸੀ, ਇੱਕ ਔਰਤ ਸੀ। ਉਸ ਦਿਨ ਮਿੱਤੀ ਨੂੰ ਪਹਿਲਾ ਦੌਰਾ ਪਿਆ ਜਸਦੇਵ ਦੀ ਗੱਲ ਸੁਣ ਕੇ। ਉਸਦੀ ਹਿੱਕ ਦੀਆਂ ਗਰਾਰੀਆਂ ਫਸ ਗਈਆਂ ਹੋਣ, ਸਾਹ ਗਲ ਤੋਂ ਥੱਲੇ ਹੀ ਨਾ ਆ ਰਿਹਾ ਹੋਵੇ, ਅੱਖਾਂ 'ਚ ਉਸਦੇ ਪਾਣੀ ਵਗਣ ਲੱਗਾ। ਜਸਦੇਵ ਨੇ ਉਸਨੂੰ ਫਟਾਫਟ ਪਾਣੀ ਦਾ ਗਲਾਸ ਫੜਾਇਆ, ਟਿਸ਼ੂ ਪੇਪਰ ਨਾਲ ਉਹਦਾ ਮੂੰਹ ਪੂੰਝਿਆ, ਸਮਝਾਇਆ, ਕਿਉਂ ਆਪ ਔਖੀ ਹੁੰਦੀ ਹੈ, ਮੈਨੂੰ ਔਖਾ ਕਰਦੀ ਹੈ। ਤੂੰ ਗੱਲ ਛੋਈ ਸੀ ਮਿੱਤੀ, ਤਾਂ ਮੈਨੂੰ ਇਹ ਕੁਛ ਬੋਲਣਾ ਪਿਆ। ਉਸਨੇ ਲਾਡ ਨਾਲ ਮਿੱਤੀ ਨੂੰ ਪਲੋਸਿਆ ਤੇ ਇਸ ਤਰ੍ਹਾਂ ਦੀਆਂ ਝਪਟਾਂ ਉਹਨਾਂ ਦੇ ਵਿੱਚ ਫਿਰ ਪੈਰ ਪੈਰ ਤੇ ਹੋਣ ਲੱਗੀਆਂ। ਮੋਹ ਦੀਆਂ ਤੰਦਾਂ ਤਾਂ ਕਿਰਨ ਲੱਗੀਆਂ ਤੇ ਜੇਕਰ ਤੰਦ ਕਿਤੇ ਜੁੜਦੀ ਵੀ ਤਾਂ ਫਿਰ ਜਸਦੇਵ ਦੀ ਸੱਸ ਤੇ ਮਿੱਤੀ ਦੀ ਮਾਤਾ ਉਸ ਤੰਦ ਤੇ ਆਪਣਾ ਤੱਕੜਾ ਕੱਢ ਦਿੰਦੀ। ਵਕਤ ਆਪਣੀ ਤੋਰੇ ਤੁਰਦਾ ਗਿਆ। ਜਸਦੇਵ ਪੜ੍ਹ ਲਿਖ ਕੇ ਕੈਨੇਡਾ 'ਚ ਵਧੀਆ ਇੰਜੀਨੀਅਰ ਬਣ ਗਿਆ, ਚੰਗੀ ਤਨਖਾਹ, ਕੰਮ ਵੀ ਮਿਲ ਗਿਆ, ਮਿਹਨਤ ਰੰਗ ਲਈ, 4 ਪੈਸੇ ਵੀ ਮਿਲਣ ਲੱਗੇ, ਉਹਨਾਂ ਵਧੀਆ ਘਰ ਲੈ ਲਿਆ। ਟੱਬਰ ਦੇ ਜੀਅ ਵੀ 2 ਤੋਂ 4 ਹੋ ਗਏ, ਜਾਣੀ ਉਹਨਾਂ ਦੇ 2 ਬੱਚੇ ਹੋ ਗਏ, ਵੱਡਾ ਮੁੰਡਾ ਤੇ ਛੋਟੀ ਧੀ ਜੰਮਣ ਨਾਲ ਮਿੱਤੀ ਫਿਰ ਸੋਚਾਂ 'ਚ ਡੁੱਬਣ ਲੱਗੀ, ਗੁੰਮਸੁੰਮ ਰਹਿਣ ਲੱਗੀ। ਉਹ ਆਪਣੀ ਕੁੜੀ ਨੂੰ ਕਦੇ ਨਾ ਚੱਕਦੀ, ਹਾਂ ਮੁੰਡੇ ਨੂੰ ਜ਼ਰੂਰ ਲਾਡ ਲਤਾਉਂਦੀ। ਉਸ ਦੀ ਧੀ ਪਈ ਪਈ ਰੋਂਦੀ ਰਹਿੰਦੀ, ਪਰ ਮਿੱਤੀ ਉਸ ਨੂੰ ਬੋਦਰ ਨਾ ਕਰਦੀ। ਜਸਦੇਵ ਨੇ ਮਿੱਤੀ ਨੂੰ ਕਈ ਡਾਕਟਰਾਂ ਨੂੰ ਦਿਖਾਇਆ। ਉਸ ਦਾ ਖਿਆਲ ਸੀ ਕਿ ਪੋਸਟ ਮੈਂਟਲ ਡਿਪਰੈਸ਼ਨ ਹੈ, ਭਾਵ ਕਿ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਮਾਂ ਆਪਣੇ ਆਪ ਨੂੰ ਖਾਲੀ ਤੇ ਅਧੂਰੀ ਜਿਹੀ ਮਹਿਸੂਸ ਕਰਦੀ ਹੈ। ਧੀ ਦੇ ਜਨਮ ਤੋਂ ਬਾਅਦ, ਜਿਵੇਂ ਇੰਡੀਅਨ ਕਲਚਰ ਹੈ, ਬੱਚੇ ਨੂੰ ਉਹਦੀ ਝੋਲੀ ਵਿੱਚ ਪਾਓ ਤਾਂ ਇਹਦੀ ਮਮਤਾ ਜਾਗੇ, ਜਾਂ ਜਸਦੇਵ ਇਹਨੂੰ ਇਸ ਕਦਰ ਪਿਆਰ ਕਰੇ ਕਿ ਇਹਦਾ ਅੰਦਰ ਭਰ ਜਾਵੇ, ਇਸ ਦੀ ਰੂਹ ਦੇ ਵਿੱਚ ਪਿਆਰ ਦਾ ਫੁੱਲ ਖਿੜੇ। ਮਿੱਤੀ ਨੂੰ ਨਾ ਤਾਂ ਮਮਤਾ ਦੇ ਹਲੂਣਿਆਂ ਨੇ, ਨਾ ਜਸਦੇਵ ਦੇ ਲਾਡ ਪਿਆਰ ਨੇ ਕੋਈ ਤਬਦੀਲ ਕੀਤਾ। ਉਸ ਦਾ ਖਾਲੀ ਅੰਦਰ ਤੜਪ ਰਿਹਾ ਸੀ, ਵਿਲਕ ਰਿਹਾ ਸੀ। ਉਹਨੂੰ ਕਿਸੇ ਵਾਹਵਾਂ ਦੇ ਨਿੱਘ ਦੀ ਤਲਬ
ਤੰਗ ਲੱਗੀ ਕਰ ਰਹੇ ਨੇ। ਜਸਦੇਵ ਦੀਆਂ ਬਾਹਾਂ ਦੇ ਵਿੱਚ ਉਸਨੂੰ ਨਿੱਘ ਨਾ ਮਿਲਦਾ, ਉਹਦੀਆਂ ਬਾਹਾਂ ਉਸਨੂੰ ਸੰਗਲ ਬਣ ਕੇ ਨੂੜਦੀਆਂ ਤੇ ਉਹ ਸੰਗਲ ਜਿਹੜਾ ਜਸਦੇਵ ਦੇ ਮਾਂ ਪਿਓ ਭੈਣ ਭਰਾਵਾਂ ਦੀਆਂ ਗੰਢਾਂ ਦੇ ਨਾਲ ਬੱਝਾ ਹੋਇਆ ਸੀ। ਜਸਦੇਵ ਜਦੋਂ ਵੀ ਉਸਦੇ ਨੇੜੇ ਆਉਂਦਾ ਤਾਂ ਉਸਨੂੰ ਉਸਦੀਆਂ ਭੈਣਾਂ ਦੇ ਚਿਹਰੇ, ਉਸਦੇ ਭਰਾ ਦੇ ਤੇ ਉਸਦੇ ਬੁੱਢੇ ਮਾਪਿਆਂ ਦੇ ਚਿਹਰੇ ਜ਼ਿਆਦਾ ਦਿਸਦੇ। ਉਸਨੂੰ ਜਸਦੇਵ ਦੇ ਵਿੱਚੋਂ ਆਪਣਾ ਪਤੀ ਨਹੀਂ ਬਲਕਿ ਦੁਸ਼ਮਣ ਨਜ਼ਰ ਆਉਂਦੇ, ਕਿਉਂਕਿ ਹਰ ਸਮੇਂ ਉਹਦੇ ਮਨ ਦੇ ਵਿੱਚ ਜਸਦੇਵ ਦੇ ਮਾਪੇ, ਉਹਦੀਆਂ ਭੈਣਾਂ, ਹਾਲਾਂਕਿ ਉਹਨਾਂ ਨੇ ਕਦੇ ਚਿੱਠੀ ਤੋਂ ਵੱਧ ਕੇ ਕੋਈ ਸੰਪਰਕ ਇਸ ਪਰਿਵਾਰ ਨਾਲ ਨਹੀਂ ਸੀ ਕੀਤਾ। ਮਿਤੀ ਦੇ ਲਈ ਕਈ ਸੈਕਟਰਿਸਟਾਂ ਦੇ ਚੱਕਰ ਦਿਨੋਂ ਦਿਨ ਵਧਣ ਲੱਗੇ ਤੇ ਉਹਨਾਂ ਦੇ ਕੋਲ ਆਪਣੀ ਵਿਥਿਆ ਵਾਰ-ਵਾਰ ਦੱਸਦੀ। ਇਹਨਾਂ ਮਨੋਵਿਗਿਆਨੀਆਂ ਕੋਲ ਮਿਤੀ ਦੀਆਂ ਵਿਜ਼ਟਾਂ ਵੱਧਦੀਆਂ ਜਾਂਦੀਆਂ, ਪਰ ਉਸ ਦੀ ਮਰਜ਼ ਘਟਣ ਦੀ ਬਜਾਏ ਵੱਧਦੀ ਜਾਂਦੀ। ਘੱਟੋ ਘੱਟ ਉਹ ਆਪਣੇ ਬੱਚਿਆਂ ਦੇ ਵਿੱਚ ਤੇ ਆਪਣੇ ਘਰ ਦੇ ਵਿੱਚ ਮਾੜਾ ਮੋਟਾ ਧਿਆਨ ਦੇਣ ਲੱਗੀ। ਜਦੋਂ ਬੱਚੇ ਸਕੂਲ ਦੀ ਉਮਰ ਦੇ ਹੋਏ ਤਾਂ ਉਹਨਾਂ ਦੇ ਲੰਚ ਬਣਾਉਂਦੀ, ਕੱਪੜੇ ਸਵਾਰਦੀ, ਘਰ ਦੀ ਝਾੜ ਪੂੰਝ ਕਰਦੀ, ਉਹਨਾਂ ਦਾ ਪਾਰਟ ਟਾਈਮ ਕੰਮ ਵੀ ਕਰਦੀ। ਜੋ ਸਿੱਖਿਆ ਉਸ ਤੋਂ ਜਸਦੇਵ ਨਹੀਂ ਸੀ ਲੈ ਰਿਹਾ ਉਹ ਬੱਚਿਆਂ ਨੂੰ ਦਿੰਦੀ। ਡਿਸਪਲਿਨ ਨਾਲ ਜੀਣ ਦੇ ਢੰਗ ਸਿਖਾਉਂਦੀ। ਬੱਚੇ ਪਾਲਦੇ ਹਾਂ, ਉਹਨਾਂ ਦੀ ਆਤਮਾ ਦੇ ਵਿੱਚ ਉਹ ਪਰਚੀ ਰਹਿੰਦੀ। ਪਰ ਜਦੋਂ ਘਰ ਦੇ ਵਿੱਚ ਦੋਨੇ ਮੀਆਂ ਬੀਵੀ ਇੱਕ ਦੂਸਰੇ ਦੇ ਸਾਹਮਣੇ ਹੁੰਦੇ ਫਿਰ ਉਹੀ ਇੱਟ ਕੁੱਤੇ ਵਾਲਾ ਵੈਰ। ਤੇ ਉਹ ਬੱਚੇ ਉਹਨਾਂ ਦੋਨਾਂ ਦਾ ਰੌਲਾ ਸੁਣ ਕੇ ਆਪਣੇ ਕਮਰੇ 'ਚ ਲੁਕ ਜਾਂਦੇ। ਕਦੀ ਕਦੀ ਦਿਲ ਦੀ ਗੱਲ ਬੱਚੇ ਵੀ ਆਖ ਦਿੰਦੇ। ਜਿਵੇਂ ਇੱਕ ਦਿਨ ਉਸ ਦੀ ਧੀ ਰੀਤੂ ਨੇ ਉਸਨੂੰ ਆਖਿਆ, ਬਾਈ ਡੋਂਟ ਯੂ ਗਾਇਜ਼ ਹੈਵ ਏ ਡਿਵੋਰਸ, ਇਟਸ ਨੋਟ ਫਨੀ ਐਨੀ ਮੋਰ, ਵੀ ਆਰ ਇੰਡੀਅਨਸ, ਵੀ ਜਸਟ ਡੋਂਟ ਹੈਵ ਏ ਡਿਵੋਰਸ। ਉਸਨੇ ਆਪਣੇ ਬੱਚਿਆਂ ਨੂੰ ਸਮਝਾਇਆ। ਦੈਨ ਗਰੋ ਅਪ, have some compassion and respect for each other. You guys are worse than children. ਉਸ ਦੀ ਧੀ ਰੀਤੂ ਨੇ ਫਿਰ ਮਾਂ ਨੂੰ ਆਖਿਆ। ਸੌਰੀ ਹਨੀ, ਵੀ ਵਿਲ ਟਰਾਈ। ਜਸਦੇਵ ਨੇ ਧੀ ਨੂੰ ਕਲਾਵੇ ਦੇ ਵਿੱਚ ਲੈਂਦਿਆਂ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀ। ਉਹ ਯਾ ਵੀ ਗਿਵ ਯੂ 2 hours, ਰਾਜਨ ਕਹਿਣ ਲੱਗਾ ਉਹਦਾ ਬੇਟਾ। ਡਿਸਕਸ਼ਨ ਹੈਲਦੀ ਹੁੰਦੀ ਹੈ, ਹੋਣੀ ਵੀ ਚਾਹੀਦੀ ਹੈ। ਇਸ ਦਾ ਭਾਵ ਇਹ ਵੀ ਹੈ ਕਿ ਵੀ ਡੂ ਲਵ ਈਚ ਅਦਰ, ਡੋਂਟ ਵੀ ਮਿਤੀ। ਜਸਦੇਵ ਮਿਤੀ ਨੂੰ ਕਲਾਵੇ ਦੇ ਵਿੱਚ ਲੈ ਕੇ ਪਿਆਰਨ ਲੱਗਾ। ਆਫ ਕੋਰਸ ਵੀ ਡੂ, ਡੋਂਟ ਯੂ ਐਵਰ ਡਾਊਟ ਦੈਟ ਸਵੀਟੀ, ਸਮ ਟਾਈਮ ਵੀ ਆਰਗੂ ਕਾਜ਼ ਇਟਸ ਜਸਟ ਮਾਈ ਹੈਲਥ। ਯੂ ਸੀ ਬੇਬੀ, ਜਦੋਂ ਸਿਹਤ ਖਰਾਬ ਹੋ ਜਾਵੇ ਤਾਂ ਬੰਦਾ ਐਵੇਂ, ਮਿਤੀ ਬੱਚੇ ਨੂੰ ਆਖਣ ਲੱਗੀ। ਸ਼ੋਰ ਸ਼ੋਰ, ਪਿਗਸ ਕੈਨ ਫਲਾਈ, ਆ ਕੇ ਰੀਤੂ ਤੇ ਰਾਜਨ ਤੁਰਦੇ ਬਣੇ। ਇਹਨਾਂ ਗੱਲਾਂ ਤੋਂ ਜਸਦੇਵ ਤੇ ਮਿਤੀ 'ਚ ਕੋਈ ਫਰਕ ਨਾ ਪੈਂਦਾ। ਘਰ ਦੀ ਰਫ਼ਤਾਰ ਉਹੀ ਰਹਿੰਦੀ। ਘਰ ਵਿੱਚ ਟੁਣਕ ਟੁਣਕ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ। ਬੱਚੇ ਕੰਨਾਂ ਤੇ ਹੱਥ ਧਰਦੇ ਰਹਿੰਦੇ। ਉਹਨਾਂ ਦੇ ਬੱਚੇ ਰੀਤੂ ਤੇ ਰਾਜਨ ਵੱਡੇ ਹੋ ਕੇ ਯੂਨੀਵਰਸਿਟੀਆਂ 'ਚ ਪੜ੍ਹਨ ਚਲੇ ਗਏ। ਜਸਦੇਵ ਘਰ ਵੜਦੇ ਹੀ ਜਸਦੇਵ ਨੂੰ ਹੂੰਗਾ ਵੱਜਦਾ ਸੁਣਦਾ। ਦਰ ਵੜਦਿਆਂ ਹੀ 100 ਗਿੱਲੇ ਸ਼ਿਕਵੇ ਮਿਤੀ ਦੇ ਸ਼ੁਰੂ ਹੋ ਜਾਂਦੇ। ਤੁਸੀਂ ਆਪਣੇ ਕੰਮ ਦੇ ਸਿਲਸਿਲੇ 'ਚ ਬਾਹਰ ਚਲੇ ਜਾਂਦੇ ਹੋ, ਘਰ ਦਾ ਝੰਜਟ ਤਾਂ ਮੈਨੂੰ ਭੁਗਤਣਾ ਪੈਂਦਾ। ਕੰਮ ਛੱਡ ਦਿਆਂ, ਤੂੰ ਕਿਸੇ ਤਰ੍ਹਾਂ ਵੀ ਰਾਜੀ ਨਹੀਂ। ਮੈਂ ਕੰਮ ਆਪਣੇ ਘਰ ਦੇ ਕੋਲ ਕਰਦਾ ਤਾਂ ਲੜਾਈ, ਦੂਰ ਲਿਆ ਤਾਂ ਕਿ ਹਫ਼ਤੇ ਬਾਅਦ ਘਰ ਆ ਸਕਾਂ ਤਾਂ ਲੜਾਈ। ਮੈਂ ਕਿਹੜੇ ਖੂਹ 'ਚ ਡਿੱਗਾਂ। ਆਖਰ ਜਸਦੇਵ ਇਹ ਗੱਲ ਕਹਿ ਕੇ ਚੜ੍ਹਦਾ। ਮਿਤੀ ਕਹਿਣ ਲੱਗੀ, ਮੇਰੀ ਕਲਤਾ ਦਾ ਤੁਹਾਨੂੰ ਕਿਹੜਾ ਫਿਕਰ ਹੈ, ਮੈਂ ਮਾਤਾ ਜੀ ਨੂੰ ਕੋਲ ਸੱਦ ਲੈਣਾ, ਜਿਸ ਤਰ੍ਹਾਂ ਤੇਰਾ ਜੀ ਕਰਦਾ ਕਰ। ਜਸਦੇਵ ਨੇ ਬੀਅਰ ਦਾ ਡੱਬਾ ਫੜਿਆ ਤੇ ਡੈਨ ਨੂੰ ਤੁਰ ਪਿਆ। ਜਾਣੀ ਮਿਤੀ ਆਪਣੀ ਮਾਂ ਨੂੰ ਆਪਣੇ ਘਰ ਬੁਲਾਉਣ ਦੀ ਸੋਚਣ ਲੱਗੀ। ਮਾਤਾ ਜੀ ਨੇ ਮਿਤੀ ਕੋਲ ਰਹਿਣਾ ਸ਼ੁਰੂ ਕਰ ਦਿੱਤਾ। ਜਾਣੀ ਸਾਸੂ ਮਾਂ ਵੀ ਐਂਟਰੀ ਕਰ ਗਈ। ਫਿਰ ਸਮੱਸਿਆ ਘਟਣ ਦੇ ਨਾਲ ਹੋਰ ਵਧਣ ਲੱਗੀ। ਜਦੋਂ ਕਾਨਾ ਫੂਸੀ ਪਹਿਲਾਂ ਤਾਂ ਬਾਹਰੋਂ ਹੁੰਦੀ ਸੀ, ਫਿਰ ਸਿੱਧੀ ਹੋਣ ਲੱਗੀ। ਸੋ ਫਿਰ ਜਸਦੇਵ ਹਫ਼ਤੇ ਬਾਅਦ ਘਰ ਆਉਂਦਾ ਤੇ ਫਿਰ ਵੀ ਮਾਤਾ ਜੀ ਅਤੇ ਜਸਦੇਵ ਵਿਚਾਲੇ ਮਾੜੀ ਮੋਟੀ ਜੰਗ ਚੱਲਦੀ ਰਹਿੰਦੀ। ਜਸਦੇਵ ਨੇ ਪੜ੍ਹ ਕੇ ਅਤੇ ਕਮਾਈ ਕਰਕੇ ਜੋ ਰੁਤਬਾ ਹਾਸਲ ਕੀਤਾ ਉਸ ਦਾ ਉਸ ਵਿੱਚ ਵੀ ਗਰੂਰ ਆ ਗਿਆ। ਉਹ ਪੂਰੀ ਸਟੇਟ ਵਿੱਚ ਜਾਣਿਆ ਜਾਣ ਲੱਗਾ। ਉਸ ਦੀ ਇੰਜੀਨੀਅਰਿੰਗ ਦੀਆਂ ਸਿਫਤਾਂ ਹੁੰਦੀਆਂ। ਕੰਮ ਦੀਆਂ ਆਫਰਾਂ ਜਸਦੇਵ ਨੂੰ ਘਰ ਬੈਠੇ ਆ ਰਹੀਆਂ ਸੀ ਕਿਉਂਕਿ ਬੜਾ ਕਾਬਲ ਇੰਜੀਨੀਅਰ ਬਣਿਆ। ਹੈਡ ਹੰਟਰ ਜਾਣੀ ਕਿ ਚੰਗੀਆਂ ਪੋਜੀਸ਼ਨਾਂ ਵਾਲੇ ਬੰਦੇ ਉਸ ਨੂੰ ਭਾਲਣ ਆਉਂਦੇ, ਉਹਦੇ ਅੱਗੇ ਪਿੱਛੇ ਫਿਰਦੇ। ਹੁਣ ਮੌਕਾ ਸੀ, ਉਹ ਵੀ ਮਾਤਾ ਜੀ ਨੂੰ ਉਹਨਾਂ ਦੀ ਹਸਤੀ ਬਾਰੇ ਕੁਝ ਆਖ ਸਕਦਾ। ਉਹ ਪੈਰ ਤੇ ਜਿਵੇਂ ਮਿਹਣੇ ਜਿਹੇ ਮਾਰਦੇ ਰਹਿੰਦੇ। ਮਿਤੀ ਦੇ ਭਰਾਵਾਂ ਨੂੰ ਦੇ ਅੱਡ ਰਾਹਾਂ ਬਾਰੇ ਉਹ ਕੁਝ ਨਾ ਆਖਦਾ।
ਮੀਤੀ ਚੱਕੀ ਦੇ ਪੁੜਾਂ ਵਿਚਾਲੇ ਪਿਸਦੀ ਜਾਂਦੀ। ਜਦੋਂ ਉੱਠਦੀ ਤਾਂ ਉਸਦੀਆਂ ਲੱਤਾਂ ਕੰਬਦੀਆਂ, ਮਨ ਡਿੱਗੂ ਡਿੱਗੂ ਕਰ ਰਿਹਾ ਹੁੰਦਾ। ਫਿਰ ਵੀ ਮੀਤੀ ਦੀ ਮਾਂ ਉਸ ਨੂੰ ਉੱਠਣ ਤੋਂ ਪਹਿਲਾਂ ਹੀ ਆਖ ਦਿੰਦੀ, ਮੀਤੀ ਤੇਰਾ ਚਿੱਤ ਠੀਕ ਨਹੀਂ, ਤੂੰ ਬੈਠੀ ਰਹੋ, ਤੂੰ ਪੈ ਜਾ। ਇਹ ਚਿੱਤ ਠੀਕ ਨਹੀਂ, ਜਿਵੇਂ ਉਹ ਘਰੋੜ ਕੇ ਆਖਦੇ। ਜਸਦੇਵ ਵੱਲ ਟੀਰੀ ਜਿਹੀ ਅੱਖ ਨਾਲ ਦੇਖਦੇ। ਜਸਦੇਵ ਚੁੱਪ ਕਰ ਰਹਿੰਦਾ, ਮਨ ਵਿੱਚ ਹਾਸ ਛੱਡਦਾ ਕਿ ਸੱਸ ਵੀ ਕੀ ਚੁੱਗਤਾਂ ਕਰਦੀ ਹੈ। ਪਰ ਕਦੀ ਕਦਾਈ ਉਹਨੂੰ ਆਪਣੀ ਮਾਤਾ ਜੀ ਤੇ ਵੀ ਸਾਸੂ ਤੇ ਗੁੱਸਾ ਵੀ ਆਉਂਦਾ ਕਿ ਉਹ ਮੀਤੀ ਦਾ ਭਲਾ ਕਰਨ ਦੀ ਥਾਂ ਉਸਨੂੰ ਮਾਨਸਿਕ ਤੌਰ ਤੇ ਖੂਹ ਖਾਤੇ 'ਚ ਪਾ ਰਹੀ ਹੈ। ਜਾਣੀ ਉਹ ਮੀਤੀ ਨੂੰ ਫਿਜ਼ੀਕਲੀ ਹੋਰ ਕਮਜ਼ੋਰ ਕਰ ਰਹੀ ਹੈ ਕਿ ਤੇਰਾ ਚਿੱਤ ਠੀਕ ਨਹੀਂ, ਤੂੰ ਡਿੱਗ ਜਾਏਂਗੀ, ਤੂੰ ਪੈ ਜਾ। ਇਹ ਹੋਰ ਪ੍ਰੋਬਲਮ ਹੈ। ਜਦੋਂ ਅਸੀਂ ਕਿਤੇ ਨਾ ਕਿਤੇ ਕਹਿੰਦੇ ਹਾਂ ਕਿ ਯਾਰ ਤੂੰ ਕਮਜ਼ੋਰ ਆ, ਤੂੰ ਉੱਠੀ ਨਾ, ਅਸੀਂ ਉਹਦਾ ਹੋਰ ਬੇੜਾ ਡੋਬਦੇ ਹਾਂ ਹਮਦਰਦੀ ਦੇ ਚੱਕਰਾਂ 'ਚ। ਇਹ ਸਾਡੀ ਇੰਡੀਅਨ ਮੈਂਟੈਲਿਟੀ ਦਾ ਇੱਕ ਅਹਿਮ ਗੁਣ ਹੈ ਤੇ ਹਾਲਾਂਕਿ ਉਸ ਨੂੰ ਬੂਸਟ ਕਰਨਾ ਚਾਹੀਦਾ। ਤੇ ਇਸ ਸਿਲਸਿਲੇ ਵਿੱਚ ਜਸਦੇਵ ਮਨ ਹੀ ਮਨ ਹੱਸ ਛੱਡਦਾ ਤੇ ਜੇ ਉਹ ਕੁਝ ਆਖਦਾ ਤਾਂ ਉਸਦੀ ਸਾਸੂ ਮਾਂ ਵੱਲੋਂ ਉਸਨੂੰ ਠੋਕਵਾਂ ਉੱਤਰ ਮਿਲਦਾ, ਕਾਕਾ ਜੀ ਅਸੀਂ ਤੁਹਾਨੂੰ ਆਪਣੀ ਧੀ ਵਿਆਹੀ ਹੈ, ਵੇਚੀ ਨਹੀਂ, ਅਸੀਂ ਇਹਨੂੰ ਮਾਰਨਾ ਨਹੀਂ ਹੈ। ਜਸਦੇਵ ਚੁੱਪ ਕਰ ਰਹਿੰਦਾ। ਉਸਦਾ ਦਿਲ ਕਰਦਾ ਕਿ ਸ਼ੁਕਰ ਹੈ ਤੁਹਾਨੂੰ ਚੇਤਾ ਹੈ ਕਿ ਤੁਸੀਂ ਇਹ ਧੀ ਮੇਰੇ ਨਾਲ ਵਿਆਹੀ ਹੈ, ਜੇਕਰ ਇਹ ਵਿਆਹੀ ਹੈ ਤਾਂ ਇਹਨੂੰ ਵਸ ਵੀ ਲੈਣ ਦਿਓ। ਪਰ ਜਸਦੇਵ ਗੱਲ ਨਾ ਵਧਾਉਂਦਾ ਕਿ ਇਹਨਾਂ ਨਾਲ ਉਲਝਣ ਦਾ ਕੋਈ ਫਾਇਦਾ ਨਹੀਂ ਤੇ ਉਸਨੇ ਆਪਣੇ ਮਾਤਾ ਜੀ ਦੀ ਆਦਤ ਦਾ ਵੀ, ਜਾਣੀ ਸਾਸੂ ਮਾਂ ਦੀ ਆਦਤ ਦਾ ਭੇਦ ਪਾ ਲਿਆ। ਮਾਤਾ ਜੀ ਦੇ ਪੁੱਤਰ ਨੇ ਮਾਤਾ ਜੀ ਦਾ ਨਾ ਕਹਿਣਾ ਮੰਨਿਆ ਤੇ ਨਾ ਉਹਨਾਂ ਨੂੰ ਆਪਣੇ ਨਾਲ ਰੱਖਿਆ। ਤੇ ਉਹਨਾਂ ਦੀ ਜਿਹੜੀ ਛੋਟੀ ਨੂੰਹ ਸੀ, ਦਵਿੰਦਰ ਤੋਂ ਛੋਟੇ ਦੀ ਨੂੰ, ਉਹ ਵੀ ਬੜੀ ਸ਼ਾਤਰ ਤੇ ਉਸ ਦੀ ਮਾਤਾ ਜੀ ਦੇ ਸੁਭਾਅ ਦੇ ਵਿੱਚ ਫਰਕ ਨਹੀਂ ਪਿਆ। ਸੋ ਉਹ ਜੋ ਘਰ ਵਿੱਚ ਆਪਣੇ ਪੁੱਤਰਾਂ ਦੇ ਵਿੱਚ ਰੋਹਬ ਨਹੀਂ ਸੀ ਜਵਾ ਸਕਦੀ, ਉਹ ਹੁਣ ਜਵਾਈ ਤੇ ਰੋਹ ਪਾਉਣ ਨੂੰ ਫਿਰਦੀ ਸੀ। ਮੀਤੀ ਉੱਠਦੀ ਤਾਂ ਘਰ ਦਾ ਥੋੜਾ ਘਣਾ ਕੰਮ ਕਰਕੇ ਵਿਸਰ ਕੇ ਪੈ ਜਾਂਦੀ, ਵਰਨਾ ਇਹ ਸਭ ਕੰਮ ਜਸਦੇਵ ਦੇ ਹਿੱਸੇ ਆਉਂਦਾ। ਜਸਦੇਵ ਬਾਹਰ ਦੇ ਕੰਮ ਵੀ ਕਰਦਾ ਤੇ ਘਰ ਦਾ ਰਸੋਈ ਭਾਂਡਾ ਟਿੰਡਾ ਵੀ ਸਾਂਭਦਾ। ਮੀਤੀ ਨੇ ਵਿਆਹ ਤੋਂ ਕੁਝ ਵਰੇ ਬਾਅਦ ਪਾਰਟ ਟਾਈਮ ਆਫਿਸ ਦਾ ਕੰਮ ਕੀਤਾ ਸੀ। ਫਿਰ ਸਿਹਤ ਖਰਾਬ ਹੋਣ ਕਰਕੇ ਬੱਚਿਆਂ ਦੀ ਦੇਖਭਾਲ ਕਰਨ ਕਰਕੇ ਉਸਨੇ ਕੰਮ ਛੱਡ ਦਿੱਤਾ। ਜਿਹੜੇ ਵਰੇ ਉਹ ਕੰਮ ਕਰਦੀ ਸੀ ਉਸ ਵਰੇ ਜਸਦੇਵ ਪੜ੍ਹਦਾ ਰਿਹਾ। ਮੀਤੀ ਦੇ ਦਿਮਾਗ ਦੇ ਵਿੱਚ ਇਹ ਗੱਲ ਮਾਤਾ ਜੀ ਨੇ ਬਿਠਾਲ ਦਿੱਤੀ ਕਿ ਤੂੰ ਮਿਹਨਤ ਕਰਕੇ ਜਸਦੇਵ ਨੂੰ ਪੜ੍ਹਾਇਆ। ਤੇ ਉਸ ਵੇਲੇ ਮੀਤੀ ਇਹ ਭੁੱਲ ਜਾਂਦੀ ਕਿ ਜਸਦੇਵ ਉਸ ਵੇਲੇ ਘਰ ਦਾ ਰੋਟੀ ਟੋਕ, ਸਾਫ਼ ਸਫਾਈਆਂ, ਪੋਚੇ, ਨਿਆਣਿਆਂ ਦੀ ਸਾਂਭ ਸੰਭਾਲ ਸਾਰਾ ਕੁਝ ਕਰਦਾ ਰਿਹਾ ਇੱਕ ਵਾਈਫ ਦੀ ਤਰ੍ਹਾਂ। ਵਿਹਲੇ ਟਾਈਮ ਉਹ ਘਰੇ ਪੜ੍ਹਦਾ ਰਹਿੰਦਾ ਤੇ ਕੰਮ ਉਸ ਦੀ ਪਤਨੀ ਕਰਦੀ ਰਹਿੰਦੀ। ਪਰ ਉਹ ਕਹਿੰਦੀ ਮੈਂ ਕਮਾਈ ਕਰਕੇ ਤੈਨੂੰ ਇੰਜੀਨੀਅਰ ਬਣਾਇਆ। ਵਹਿਮ ਤੇ ਵਹਿਮ। ਖੈਰ ਸਿਆਪਾ ਹੀ ਗਿਆ ਵੈਸੇ ਹੈ ਨਾ। ਮੋਤੀਚੂਰ ਦੇ ਲੱਡੂ ਵੀ ਨਾ ਕੀ ਕਹਿੰਦੇ ਹੁੰਦੇ ਨੇ, ਕੌੜੇ ਤੋਂ ਕੌੜਾ ਚੀਜ਼ ਆਕੀ ਬਣ ਜਾਂਦੇ ਨੇ। ਉਸ ਪਿੱਛੋਂ ਉਸਦੇ ਬਾਊ ਜੀ ਨੂੰ ਵੀ ਉਹ ਕੁਛ ਪੈਸਾ ਖਰਚ ਲਈ ਭੇਜਦਾ। ਫਿਰ ਮੀਤੀ ਇਹ ਵੀ ਕਹਿੰਦੀ ਕਿ ਮੈਂ ਤੇਰਾ ਪਿਓ ਵੀ ਪਾਲਿਆ, ਤੇਰਾ ਟੱਬਰ ਵੀ ਪਾਲਿਆ, ਇੰਨੇ ਜੀ ਪਾਲਿਆ। ਉਹ ਹੋਰ ਮਿਹਣੇ ਤੇ ਮਿਹਣਾ। ਸੋ ਮੀਤੀ ਦਾ ਪੈਸਾ ਜਸਦੇਵ ਨੇ ਕਦੇ ਨਹੀਂ ਸੀ ਛੇੜਿਆ। ਹਾਂ, ਇੱਕ ਵਾਰੀ ਉਹਦੀ ਭੈਣ ਦੇ ਵਿਆਹ ਵਾਸਤੇ ਮੀਤੀ ਤੋਂ $500 ਲਿਆ ਸੀ। ਫਿਰ ਜਦੋਂ ਜਸਦੇਵ ਨੂੰ ਚੰਗੀ ਨੌਕਰੀ ਮਿਲ ਗਈ ਤੇ ਪੈਸੇ ਦੀ ਘਰ ਵਿੱਚ ਤੰਗੀ ਨਾ ਰਹੀ ਤਾਂ ਜਸਦੇਵ ਨੇ ਉਹ 500 ਰੁਪਈਆ ਬਲਕਿ ਉਸਨੂੰ ਵਾਧੂ ਵਾਪਸ ਕਰ ਦਿੱਤੇ ਸੀ। ਮੀਤੀ, ਇਹ ਤੇਰੀ ਪਹਿਲੀ ਕਮਾਈ ਦੇ ਪੈਸੇ ਨੇ, ਰੱਖ ਲੈ। ਤੇ ਮੀਤੀ ਆਖਣ ਲੱਗੀ, ਰਹਿਣ ਦਿਓ, ਵੈਸੇ ਵੀ ਆਪਣੇ ਪੈਸੇ ਇਕੱਠੇ ਹੀ ਆ। ਨਹੀਂ ਰੱਖ ਲੈ, ਤੇਰੀ ਲੋੜ ਪਈ ਤਾਂ ਲੈ ਲਵਾਂਗਾ, ਜਸਦੇਵ ਨੇ ਉਸਨੂੰ ਆਖਿਆ। ਤੇ ਉਸ ਦਿਨ ਮੀਤੀ ਨੂੰ ਜਸਦੇਵ ਦਾ ਮੋਹ ਆਇਆ। ਮਤਲਬ ਉਸ ਦਿਨ ਮੀਤੀ ਨੂੰ ਜਸਦੇਵ ਤੇ ਮੋਹ ਆਇਆ, ਪਰ ਬਹੁਤ ਥੋੜੇ ਦਿਨਾਂ ਦਾ। ਪਰ ਉਹ ਮੋਹ ਬਹੁਤ ਥੋੜਾ ਸੀ। ਮਾਤਾ ਪਾਸੋਂ ਇੱਕ ਵਾਰੀ ਆਖਣਾ ਕਿ ਖੇਖਣ ਕਰਦਾ ਹੈ, ਇਸ ਤਰ੍ਹਾਂ ਭਰਮਾ ਕੇ ਤੇਰੇ ਹੋਰ ਪੈਸੇ ਕੱਢੂ। ਜਾਣੀ ਸੱਸ ਨੇ ਫਿਰ ਚੁਆਤੀ ਲਾਤੀ। ਮੀਤੀ ਦੀ ਸੋਚ ਦੀਆਂ ਗਰਾਰੀਆਂ ਫਿਰ ਘਰੜ ਕਰਨ ਲੱਗੀਆਂ। ਤੇ ਜਦੋਂ ਮੀਤੀ ਨੇ ਸਿਹਤ ਖਰਾਬ ਹੋਣ ਕਰਕੇ ਜੌਬ ਛੱਡ ਦਿੱਤੀ ਤਾਂ ਜਸਦੇਵ ਮੀਤੀ ਤੋਂ ਪੈਸੇ ਦਾ ਹਿਸਾਬ ਪੁੱਛਦਾ ਤੇ ਆਪਣੀ ਕਮਾਈ ਦਾ ਰੋਹਬ ਜਤਾਉਂਦਾ। ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਦੋਹਾਂ 'ਚ ਦਰਾੜ ਪੈ ਗਈ। ਦੋਹਾਂ ਦੀ ਹਉਮੈ ਦੇ ਵਿਚਾਲੇ ਕੰਧ ਬਣ ਗਈ ਤੇ ਉਸਦੀ ਸਾਸੂ ਮਾਂ ਨੇ ਹੋਰ ਊਟ ਪਟਾਂਗ ਗੱਲਾਂ ਕਰਕੇ ਉਸ ਕੰਧ ਤੇ ਹੋਰ ਪਲਸਤਰ ਕਰ ਦਿੱਤਾ। ਮੀਤੀ ਦਾ ਭਰਾ ਦਵਿੰਦਰ ਮੀਤੀ ਨੂੰ ਮਿਲਣ ਆਉਂਦਾ ਤਾਂ ਉਹ ਵੀ ਹੋਰ ਚਾਬੀ ਦੇ ਜਾਂਦਾ। ਜਦੋਂ ਵੀ ਦਵਿੰਦਰ ਆਉਂਦਾ ਤਾਂ ਜਸਦੇਵ ਘਰੋਂ ਬਾਹਰ ਨਿਕਲ ਜਾਂਦਾ। ਦਵਿੰਦਰ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਹਵਾ ਕਈ ਦਿਨ ਬੋਝਲ ਰਹਿੰਦੀ। ਮੀਤੀ ਆਪਣੇ ਵੱਡੇ ਭਰਾ ਦੇ ਖਿਲਾਫ ਕੋਈ ਵੀ ਲਫ਼ਜ਼ ਨਾ ਸੁਣਦੀ। ਮੀਤੀ ਦੇ ਸਲਾਈ ਲੱਗ ਸੁਭਾਅ ਕਰਕੇ ਉਹਨਾਂ ਦੀ ਜ਼ਿੰਦਗੀ ਤਬਾਹ ਹੁੰਦੀ ਗਈ।
जो उसकी माता मीती नूं सिखा दिंदी ते मीती ਉਹੀ कुछ जसदेव नूं आख दिंदी। जानी चाबी भरी भराई चलदी रहिंदी अगे। घर दे इस तरह के हालात होने करके जसदेव के बाऊ जी नूं थोड़े पैसों की लोड़ सी, उसने भेज दिते, पर उसने होर किसी अपने भैन भरा नूं मंगवाउण दी कदे कोशिश तक की गल भी ना की, ना उसकी हिम्मत पई। मीती ने माता जी ने मीती के मन दे ऐसे वहम पाए हुए सी जिहड़े उहदे धुर अंदर दीआं तहां नूं कुतरन लगदे। जदों भी माता जी कोई संकेत जिहा करदे तां मीती भावुक होकर जसदेव नूं पै जांदी। दोहां दे विचकार एक रेगिस्तान विछ जांदा। इस रेत दे कणके उन्हां दी अखां च रोड़ बन के रड़कदे रहिंदे। मीती दिनों दिन इस बीमारी च होर बीमार हुंदी जांदी। हर रोज़ उहदे जिस्म दे विच पीड़, सिर विच पीड़, दिल डिगदा, पता नहीं की बीमारी उसनूं चिंबड़दी जांदी। सब उसकी विथ्या सुन लैंदे, अपने कम्मी रुझ जांदे। किसी कोल उसका कोई इलाज नहीं सी, ना मनोविग्यानियां कोल, ना घर दे मैंबरां कोल। ते बस उसकी माँ उसनूं आख दिंदी, मीती पुत्त तू बीमार है, बैड तो ना उठ, आपे तैनूं चाह मैं बना दांगी जां जसदेव बना देगा। चंगी भली हुंदी गोलियां लिया के खांदी रहिंदी। हाँ, मेकअप पक्षों ते बन सवरन पक्षों कोई कसर ना छड्डदी। बेली बैठी नेल पॉलिशां लाउंदी रहिंदी। यूनीवर्सिटी जाण तो पहलां उसके दोनों बच्चों का बचपन अपने कमरिਆਂ च बीतिया। ना उन्हां दी कोई मां नाल मानसिक सांझ। हाँ, प्यो जदों मिलदा जसदेव उहदे नाल थोड़ी बहुती उन्हां दी अटैचमेंट। सो दोने बच्चे माँ प्यो की इस काटो कलेश तो डरदे अपने कमरिਆਂ च जा बैठते। खेडण की उम्र राजन ते रीतू ने तो कदे माणी ही ना, क्योंकि रीतू जो उन्हां दी धी सी उसनूं तां उसकी माँ मीत ने कदे निग ही नहीं सी दिता धी होण करके। हाँ, राजन नूं वो जरूर प्यार करदी सी। ते फिर मीती दी इन्नी पढ़ाई भी नहीं सी कि वो बच्चों की पढ़ाई च मदद करती। उसकी माँ वो बिल्कुल टिपिकल पंजाबन सस ते प्यो धी नूं जदों जसदेव नूं बच्चों नाल हसते वेखदे ते दोने मावां धीआं जानी कि जसदेव की वाइफ ते उसकी सस सड़ जांदियां। मीती दी माँ ने कहना, देख ये बच्चों नूं भी अपने वल दा कर रहा, बच्चे भी तेरे नहीं रहे, खास करके धी। मीती जी माता जी मीती दे कन विच सिद्धियां पुठियां भरदी रहिंदी। मीती ये कदे ना समझदी कि उहदा घर-बार परिवार सुख शांति सब भटक रहा। मीती नूं अपने बच्चों ते भी शंका होण लगी, खास करके अपनी धी रीतू ते, कि वह प्यो दा ज़्यादा करदी है। मीती जिस्म दी पीड़ नालों मानसिक पीड़ दे विच ज़्यादा बेवल होकर चीकदी। मीती दे माता जी मीती कोल रहिंदिआं नूं 2-3 वरे हो गए ते उसका पिता भी कदे कदाई दविंदर नाल उन्हां दे घरे मिलण आ जांदा। माता जी ने, क्योंकि माता जी दी अपनी अगे नूंह नाल भी नहीं सी बनदी छोटी नाल, सो माता जी ने कदे ये चिंता नहीं सी कीती वो अपना जीवन उसका पति किवें कट रहा, कौन उसके पति का रोटी पानी का ख्याल करदा होगा। पर उसनूं तां अपनी धी दे घरे लाणेदारी का शौक सी। ते इस दौरान एक दिन मीती दे पिता नूं भी स्ट्रोक हो गया ते वह भी दुनिया तो चला गया। ते छोटे भरा भरजाइयां ने जो अपने घरी वास्ते रस्ते सी उन्होंने सारा क्रिया कर्म किया, सब अपने काम धंधे जुट गए। ते इस दौरान मीती दी मां हुण पक्के तौर ते अपनी धी दे घरे ठिकाणा कर गई। मीती ने जसदेव नाल जिंदगी दी डोर कदे गंढी ही ना, दुख सुख की सांझ भी ना पाई। इस तरह के दुख दे वेले भी जसदेव भी हमदर्दी वो हासिल ना कर सकी। जेकर जसदेव कोशिश भी करदा उसके पिता दे जाण दा गम उस नाल साझा करदा तां माता विचाले खड़ो जांदी। जदों भी वो जसदेव उसके नेड़े होण दी कोशिश करदा तां माता उन्हां दे विच कोई ना कोई गल नूं लैके होर कलेस खड़ा कर दिंदी। ते इस सिलसिले विच मीती दे प्यो दा जाना ते उन्हां दी एक होर कंध डिग गई। एक दिन जसदेव ने अक के दविंदर नूं फोन कर दिता कि माता जी नूं अपने कोल लै जावो, मैं नहीं रख सकदा। उस दिन माता जी ने जसदेव नाल नज़र मिलाउण तो बिना अख दे विच हंझू घेरदे होए वो दविंदर नाल तुर गई। ते जसदेव दे घरों उसकी सस दे जाण तो बाद 4 महीने घर च तूफान वर्गी शांति रही। लड़ाई भी हुंदी, वो चाह बनाउंदे, चुस्कियां भरदे, एक दूसरे नूं मनाउण दी कोशिश करदे। ते फिर रिश्के दी तंद दुआले चुप दा गूंद ला के जोड़न दी कोशिश करदे। चुप बैठे इकट्ठे चाह पींदे रहिंदे।
शायद एक दूसरे का एहसास हुंदा। 4 महीने बाद फिर दविंदर का फोन खड़किया। वो फोन जसदेव ने चुक्या ते दविंदर ने आख्या मीती नूं फोन फड़ाई। आख के दविंदर चुप हो गया। जसदेव ने तेरा फोन कह के फोन मीती दे अगे रख दिता। उन्होंने पता लग्या कि जदों मीती नूं दौरा पै गया, उहदी हिक चों साह आउणा औखा हो गया कि माता जी पूरे हो गए, यानी ये खबर सी। माता जी दे तुर जाण ते मीती नूं हौसला देण वाला कोई ना रहा। बच्चे मोह दे जाल दे विच पहलां ही रितू ते राजन मुक्त हो चुके सन। उन्हां तों वो जाणदे सन कि नानी ने उन्हां दे घर दे विच तूफान खड़ा कीता होया। नानी दे जाण दा बच्चिआं नूं भी कोई दुख नहीं सी, क्योंकि बचपन तो सारी कहानी वेखदे सन। इसलिए नानी दे जाण दा भी बच्चों नूं कोई बहुता अफसोस नहीं सी। जसदेव नाल दुख सुख वाला रिश्ता उसका वजह नहीं सी। आंढ गुआंढ मीती दी विथया सुन सुन तंग आ चुका सी। मीती दे अंदर एक होर रेगिस्तान विछ गया। उसकी मां दे जाण तो बाद वो हाबड़ी उखड़ी उखड़ी फिरदी रहिंदी। वो अपने बैडरूम नूं शंगारी जांदी जिवें उसके अंदरले सुपने साकार होण लई बेवल हुंदे होण। कदे वो ठंडे विच शावर लैण बैठ जांदी, कदे अपने आप नूं सजाउण बैठ जांदी। वो घर विच इकल्ली रह गई सी। मीती दी इकल्लता कारण जसदेव ने घर दे नेड़े काम ले लिया। हुण जसदेव सी जां मीती सी जां फिर वो कंधां सी जिहड़ियां उसने अपने आले दुआले उसार लईआं सन, क्योंकि राजन ते रितू उन्हां दे बच्चे यूनीवर्सिटी चले गए। अपनी सोच अनुसार जसदेव घर का सारा काम करदा। मीती नूं सवेर दी चाह बैडरूम दे विच दिंदा, गोलियां दा डब्बा, कॉर्नफ्लैक्स सारा कुछ सजा के उसके कोल रखदा, हाल चाल पुछदा, उस लई अच्छियां किताबां मैगजीन लिआउंदा। हर कोशिश करदा कि वो मीती नूं इस दुख चों कढे। इस दौरान मीती दा जी करदा कि उस कंध नूं टप के जां ढा के जसदेव दीआं बाहां विच सिमट जावे, पर किस तरह उसनूं खुद ही पता न लगदा। वो एक थां ते बैठ जांदी, ढिड दीआं नाड़ां नूं फड़दी होई हुंगा मारदी कंधां दे जाल दे विच फसी बैठी रहिंदी। ਇਹ ਸੀ कहानी कंधां, जिस दे विच ਇਹ दर्द है कि कई बार बंदा अपने आले दुआले ਇੰਨੀਆਂ ਕੰਧਾਂ ਸਾਰ ਲੈਂਦਾ है कि ਉਹ ਕੰਧਾਂ ਉਸ ਤੋਂ ਸਾਰੀ ਉਮਰ नहीं ਢਹਿੰਦੀਆਂ। बलवीर कौर संघेड़ा की ਇਹ कहानी है कंधां। जिस तरह सोहनी जिंदगी सी, इस कहानी का जे रिव्यू करिए दोस्तों, कंधां प्रवासी पंजाबियों की कहानी है। वैसे पंजाब च भी हुंदा, पर पंजाब दे विच थोड़ा जिहा इस दे विच तब्दीली हुंदी है। जिस तरह जसदेव नूं इस परिवार ने बुलाया, जसदेव लोड़वंद सी, इंजीनियरिंग की पढ़ाई का 1 साल बाकी सी। उसके पिता जी की बाऊ जी की दुकान सी माड़ी मोटी चलण वाली। जसदेव के वड्डे भरा की मौत हो चुकी सी। उसके 3 बच्चे सन यतीम, उन्हां दा पालन पोषण। जसदेव इंजीनियरिंग की पढ़ाई कर रहा सी, 1 साल बाकी सी। उसका छोटा भरा अधवाटे सी ते 4 भैणां सन। परिवार की गुजर बसर औखी सी। उन्हां समय च विआह की तंदुरुस्ती मीती नाल बजदी है ते मीती दा भरा दविंदर जिहड़ा डैबी नां दी इक गोरी नाल विआह कराउंदा ते फिर किस तरह करदा है, किस तरह उसनूं बुला के जलील किया जाता है। वो साडे एक हैगा ना कि यार बंदे दी फस्ट फिंगर पैर दी अंगूठे नालों वड्डी है कि छोटी है। इत्थों तक कि नंद कारज के दौरान भी ये वहम है सिखां च भी बहुतियां च कि नंदां वेले जे कुड़ी पहलां उठे तो कुड़ी दा दाबा पै जांदा। कहणगे तूं पहलां उठी जदों लावां दा पाठ भाई जी बोलेगा। मतलब दाबा पाउण दी कोशिश पहले दिन तो बंदे नूं है कि मैं दाबा पा लां, वोटी नूं है कि मैं दाबा पा लां। इस दाबे दे दबाव च जिंदगी दब के रह जांदी है। हालांकि विआह एक कंप्रोमाइज़ है। इस सिलसिले विच सहुरियां दी बेलोड़ी दखल अंदाजी जिंदगी नूं होर दुर्गम बना दिंदी है, दुखी कर दिंदी है, दलिद्र बना दिंदी है। जसदेव ने बहुत कोशिश करी, पर मीती ते उसदी खास करके सस की कहानी, हालांकि लिखण वाली भी बीबी बलबीर कौर संघेड़ा आ, किसी बंदे ने नहीं लिखी, बीबी ने लिखी है। सो वो जिहड़ी बेलोड़ी दखल अंदाजी जिंदगी नूं किदां बर्बाद करदी है। हालांकि सस ते जवाई का रिश्ता मोह भरिया हुंदा है, पर फिर भी उत्थे जे इस तरह का किते ना किते सिलसिला डिप्लोमेसी वाला आ जाए तो वह रिश्ता
ਸਾੜ ਸਤੀ ਬਣ ਜਾਂਦਾ ਹੈ। ਸੋ ਇਹ ਕਹਾਣੀ ਸੀ ਮਿੱਤੀ ਦੀ, ਬਹੁਤੇ ਪੰਜਾਬੀਆਂ ਦੀ ਕਹਾਣੀ ਹੈ। ਸ਼ਾਇਦ ਇਸ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਤਾਂ ਜੋ ਜ਼ਿੰਦਗੀ ਸਾਵੀਂ ਪੱਧਰੀ ਸੋਹਣੀ ਸੁਨਹਿਰੀ ਚੱਲਦੀ ਰਹੇ। ਕਹਾਣੀ ਸੀ ਕੰਧਾਂ, ਲਿਖਤਮ ਬਲਵੀਰ ਕੌਰ ਸੰਘੇੜਾ। ਟਿਵਾਣਾ ਰੇਡੀਓ ਦੇ ਪ੍ਰੋਗਰਾਮਾਂ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30, ਸ਼ਾਮੀ 7:30 ਤੋਂ 9:30 ਲਾਈਵ ਸੁਣਦੇ ਹੋ। ਆਪਣੀ ਵੈਬਸਾਈਟ ਹੈ tiwanaradio.com, ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਮਿਲਣਗੀਆਂ। ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ, ਲਾਈਕ ਕਰ ਦਿਓ, ਬੈਲ ਆਈਕਨ ਦਬਾ ਦਿਓ। ਇਸ ਪ੍ਰੋਗਰਾਮ ਦਾ ਫੇਸਬੁੱਕ ਦਾ ਤੇ YouTube ਦਾ ਲਿੰਕ ਆਪਣੇ WhatsApp ਨੰਬਰ ਤੇ ਮੰਗਵਾਉਣਾ ਜਾਂ ਫਿਰ ਪ੍ਰੋਗਰਾਮ 'ਚ ਕਾਲ ਕਰਨੀ ਹੈ ਤਾਂ ਆਪਣਾ WhatsApp ਗਰੁੱਪ ਨੰਬਰ ਉਹੀ ਹੈ ਜਿਸ ਨੰਬਰ ਤੇ ਤੁਸੀਂ ਪ੍ਰੋਗਰਾਮ 'ਚ ਕਾਲ ਕਰਦੇ ਹੋ। ਤੇ ਇੱਥੇ ਹੀ ਤੁਸੀਂ ਆਪਣੇ ਵੀਡੀਓ ਪ੍ਰੋਗਰਾਮਾਂ ਦੇ ਜਿਹੜੇ ਆਪਾਂ ਰੇਡੀਓ ਤੇ ਨਹੀਂ ਚਲਾਉਂਦੇ ਤੇ ਆਡੀਓ ਦੇ ਲਿੰਕ ਰੇਡੀਓ ਤੇ ਮੰਗਵਾ ਸਕਦੇ ਹੋ। ਉਹ ਨੰਬਰ ਹੈ ਇੰਡੀਆ ਸਟੂਡੀਓ ਦਾ 9876309655 9876309655। ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਦਿਓ ਆ ਗਿਆ। ਧੰਨਵਾਦ। ਸਤਿ ਸ਼੍ਰੀ ਅਕਾਲ।